ਹਾਲੇਲੂਇਆ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਪਰਮੇਸ਼ਰ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਸਨੇ ਚੰਗਾ ਸਮਾਂ ਸਾਡੀ ਜ਼ਿੰਦਗੀਆਂ ਦੇ ਵਿੱਚ ਫਿਰ ਤੋਂ ਦਿੱਤਾ ਕਿ ਅੱਜ ਤੱਕ ਉਸਨੇ ਸੰਭਾਲ ਕੇ ਰੱਖਿਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਅਤੇ ਅੱਜ ਦੇ ਵਚਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਓ ਅਸੀਂ ਦੁਆ ਕਰਦੇ ਹਾਂ। ਸਭ ਜਣ ਅੱਖਾਂ ਨੂੰ ਬੰਦ ਕਰਾਂਗੇ, ਪਰਮੇਸ਼ਰ ਦਾ ਧੰਨਵਾਦ ਕਰਾਂਗੇ, ਸ਼ੁਕਰ ਕਰਦੇ ਹਾਂ ਪਰਮੇਸ਼ਰ ਦਾ ਸੰਭਾਲ ਕੇ ਰੱਖਿਆ ਜੀ। ਹਾਲੇਲੂਇਆ। ਆਓ ਸਭ ਜਣ ਪ੍ਰਾਰਥਨਾ ਕਰਾਂਗੇ, ਧੰਨਵਾਦ ਕਰਾਂਗੇ ਖੁਦਾ ਦਾ। ਪਵਿੱਤਰ 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 ਪਰਮੇਸ਼ਰ, ਪਿਆਰੇ ਪਿਤਾ, ਅਸੀਂ ਤੁਹਾਡੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ, ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਪ੍ਰਭੂ ਜੀ, ਤੁਸੀਂ ਸਾਨੂੰ ਜਿਉਂਦੇ ਰੱਖਿਆ, ਅੱਜ ਦਾ ਦਿਨ ਦਿਖਾਇਆ ਸਾਡੀ ਜ਼ਿੰਦਗੀਆਂ ਦੇ ਵਿੱਚ, ਅੱਜ ਦਾ ਦਿਨ ਦਿੱਤਾ ਮੇਰੇ ਪਿਤਾ ਪਰਮੇਸ਼ਰ। ਪਿਤਾ ਪਰਮੇਸ਼ਰ, ਇਸ ਸੰਸਾਰ ਦੇ ਵਿੱਚ ਤੁਸੀਂ ਸਾਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲਣਾ, ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਯਿਸੂ। ਅਤੇ ਪਿਤਾ, ਅੱਜ ਦਾ ਵਚਨ ਤੇਰੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ, ਸੁਣਨ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਦਾ ਕਾਰਨ ਠਹਿਰੇ ਮੇਰੇ ਪਿਤਾ ਪਰਮੇਸ਼ਰ ਜੀ। ਉਹ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਯਿਸੂ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੇ ਲਹੂ ਦੀ ਜੈ ਜੈਕਾਰ ਕਰਦੇ ਹਾਂ ਮੇਰੇ ਮਹਾਨ ਪਿਤਾ ਪਰਮੇਸ਼ਰ। ਪਵਿੱਤਰ ਆਤਮਾ ਜੀ, ਸੁਣਨ ਵਾਲਿਆਂ ਉੱਤੇ ਵੱਡੀ ਦਇਆ ਕਰਨਾ। ਪਵਿੱਤਰ ਆਤਮਾ ਜੀ, ਮੈਨੂੰ ਵਿਜ਼ਡਮ ਦੇਣਾ, ਬੁੱਧੀ ਦੇਣਾ ਮੇਰੇ ਪਿਤਾ ਪਰਮੇਸ਼ਰ। ਮੇਰੇ ਮੁੱਖ ਦੇ ਉੱਤੇ ਆਪਣੇ ਪੈਰੇ ਨੂੰ ਬਿਠਾ ਲੈਣਾ ਮੇਰੇ ਪਿਤਾ ਪਰਮੇਸ਼ਰ ਜੀ, ਕਿ ਅੱਜ ਦੇ ਵਚਨ ਦੇ ਦੁਆਰਾ ਇਹ ਤੇਰੇ ਬੱਚੇ ਆਸ਼ੀਸ਼ਿਤ ਹੋਣ, ਬਲੈਸ ਹੋਣ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ ਆਮੀਨ ਆਮੀਨ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਸਨੇ ਚੰਗਾ ਸਾਡੀ ਜ਼ਿੰਦਗੀ ਦੇ ਵਿੱਚ ਸਮਾਂ ਦਿੱਤਾ। ਕਿ ਵਚਨ ਕਹਿੰਦਾ ਕਿ ਕਿਸੇ ਹੋਰ ਜਗ੍ਹਾ, ਕਿਸੇ ਹੋਰ ਸਥਾਨ ਉੱਤੇ 1000 ਦਿਨ ਬਿਤਾਉਣ ਨਾਲੋਂ ਚੰਗਾ ਜਿਹੜਾ ਸਮਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਿਤਾਇਆ ਜਾਂਦਾ ਹੈ। ਇਹ ਸਮਾਂ ਭਲਾ ਆ ਜਿਹੜਾ ਅਸੀਂ ਪਰਮੇਸ਼ਰ ਦੇ ਵਚਨ ਨੂੰ ਅਸੀਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ ਅਤੇ ਸਮਝ ਰਹੇ ਹਾਂ, ਕਿਉਂਕਿ ਪਰਮੇਸ਼ਰ ਇਹੀ ਚਾਹੁੰਦਾ ਕਿ ਇਨਸਾਨ ਜਿਹੜਾ ਉਹਦੇ ਵਚਨ ਦੇ ਨਾਲ ਜੁੜਿਆ ਰਹੇ। ਹਾਲੇਲੂਇਆ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ ਜਾਂਦੇ ਹਾਂ ਅਤੇ ਕਈ ਵਾਰ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਆ ਜਾਂਦਾ ਆ, ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਆ ਜਾਂਦਾ, ਕੁਝ ਪ੍ਰੋਬਲਮਸ ਆ ਜਾਂਦੀਆਂ, ਕੁਝ ਸਮੱਸਿਆਵਾਂ ਆ ਜਾਂਦੀਆਂ, ਪਰ ਉਸ ਹਨੇਰੇ ਨੂੰ ਕਿਸ ਤਰ੍ਹਾਂ ਅਸੀਂ ਚਾਨਣ ਦੇ ਵਿੱਚ ਬਦਲ ਸਕਦੇ ਹਾਂ। ਅਸੀਂ ਬਾਈਬਲ ਦੇ ਵਿੱਚ ਦੇਖਾਂਗੇ ਕਈ ਵਾਰ ਕੀ ਹੁੰਦਾ ਸੰਸਾਰ ਦੇ ਵਿੱਚ, ਜਦੋਂ ਅਸੀਂ ਚੱਲਦੇ ਹਾਂ ਸਾਡੇ ਘਰਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਜਾਂ ਸਮੱਸਿਆ, ਸਾਡੀ ਆਤਮਿਕ ਲਾਈਫ ਦੇ ਵਿੱਚ ਕੋਈ ਸਮੱਸਿਆ ਜਾਂ ਕਿਸੇ ਵੀ ਤਰ੍ਹਾਂ ਕੋਈ ਵੀ ਸਮੱਸਿਆ ਆ ਜਾਂਦੀ ਹੈ, ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਆ ਜਾਂਦੀ ਆ, ਜਾਂ ਸਾਡੇ ਬਿਜ਼ਨਸ ਦੇ ਕੋਈ ਪ੍ਰੋਬਲਮ ਆਉਂਦੀ ਆ, ਜਾਂ ਅਸੀਂ ਕੁਝ ਚੀਜ਼ਾਂ ਨੂੰ ਗਵਾ ਬੈਠਦੇ ਹਾਂ, ਅਤੇ ਉਸ ਨੂੰ ਫਿਰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਆ। ਅਤੇ ਵਚਨ ਦੇ ਵਿੱਚੋਂ ਅਸੀਂ ਦੇਖਾਂਗੇ, ਜਲਦੀ ਦੇ ਨਾਲ ਕੱਢਾਂਗੇ ਨਿਰਗਮ ਦੀ ਕਿਤਾਬ, ਪੰਜਾਬੀ ਦੇ ਵਿੱਚ ਕੂਚ ਦੀ ਕਿਤਾਬ, ਪੁਰਾਣੇ ਨੇਮ ਦੀ ਦੂਸਰੀ ਕਿਤਾਬ, ਉਸਦਾ 34 ਅਧਿਆਇ 34। ਜਦੋਂ ਅਸੀਂ 34 ਅਧਿਆਇ ਪੜ੍ਹਦੇ ਹਾਂ ਤਾਂ ਉੱਥੇ ਮੂਸਾ ਦੇ ਬਾਰੇ ਜ਼ਿਕਰ ਆਉਂਦਾ ਆ। ਜਦੋਂ ਪਰਮੇਸ਼ਰ ਇਸਰਾਏਲੀ ਲੋਕਾਂ ਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਕੱਢ ਕੇ ਲੈ ਕੇ ਆਉਂਦਾ ਆ, ਉਹ ਪਰਮੇਸ਼ਰ ਉਹਨਾਂ ਦੀ ਅਗਵਾਈ ਕਰਦਾ ਆ ਜੰਗਲ ਬੀਆਬਾਨ ਦੇ ਵਿੱਚ, ਤਾਂ ਪਰਮੇਸ਼ਰ ਮੂਸਾ ਨੂੰ ਇੱਕ ਪਹਾੜ ਉੱਤੇ ਬੁਲਾਉਂਦਾ ਆ, ਪਰਬਤ ਉੱਤੇ ਬੁਲਾਉਂਦਾ ਆ। ਜਦੋਂ ਪਰਮੇਸ਼ਰ ਮੂਸਾ ਨੂੰ ਪਰਬਤ ਉੱਤੇ ਬੁਲਾਉਂਦਾ ਤਾਂ ਪਰਮੇਸ਼ਰ ਨੇ ਮੂਸਾ ਨੂੰ ਕੁਝ ਆਗਿਆਵਾਂ ਦਿੱਤੀਆਂ, ਕੁਝ ਪੱਥਰ ਦੀਆਂ, 2 ਪੱਥਰ ਦੀਆਂ ਫੱਟੀਆਂ ਉੱਤੇ ਪਰਮੇਸ਼ਰ ਨੇ ਲਿਖ ਕੇ ਉਸ ਨੂੰ ਕੁਝ ਆਗਿਆਵਾਂ ਦਿੱਤੀਆਂ ਕਿ ਇਹ ਜਿਹੜੀਆਂ ਆਗਿਆਵਾਂ ਆ, ਤੁਸੀਂ ਆਪਣੇ ਲੋਕਾਂ ਨੂੰ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਕੀ ਕਰਨਾ ਆ, ਇਹ ਆਗਿਆਵਾਂ ਦੇਣੀਆਂ ਕਿ ਤੁਸੀਂ ਪੀੜ੍ਹੀ ਦਰ ਪੀੜ੍ਹੀ ਮੇਰੀਆਂ ਆਗਿਆਵਾਂ ਉੱਤੇ ਚੱਲਣਾ ਆ, ਕਿ ਮੈਂ ਤੁਹਾਡੇ ਨਾਲ ਹਮੇਸ਼ਾ ਬਣਿਆ ਰਹਾਂ। ਪਰ ਕੀ ਹੋਇਆ, ਜਦੋਂ ਪਰਮੇਸ਼ਰ ਨੇ ਮੂਸਾ ਨੂੰ ਆਗਿਆਵਾਂ ਦਿੱਤੀਆਂ ਤਾਂ ਜਿਹੜੇ ਇਸਰਾਏਲੀ ਲੋਕ ਸੀ, ਜਦੋਂ ਮੂਸਾ ਪਰਬਤ ਉੱਤੇ ਸੀਗਾ, ਪਹਾੜ ਉੱਤੇ ਸੀਗਾ, ਜਿਹੜੇ ਇਸਰਾਏਲੀ ਲੋਕ ਸੀਗੇ ਥੱਲੇ ਸੀਗੇ, ਮੂਸਾ ਨੂੰ ਕਾਫੀ ਦਿਨ ਹੋ ਗਏ ਸੀਗੇ, 40 ਦਿਨ 40 ਰਾਤ ਉਹ ਪਰਮੇਸ਼ਰ ਦੇ ਨਾਲ ਰਿਹਾ। ਤਾਂ ਕੀ ਹੋਇਆ, ਜਿਹੜੇ ਇਸਰਾਏਲੀ ਲੋਕ ਸੀਗੇ ਉਹ ਥੱਲੇ ਮੂਸਾ ਦੇ ਬਾਰੇ ਗੱਲਾਂ ਕਰਨ ਲੱਗ ਪਏ ਕਿ ਜਿਹੜਾ ਮੂਸਾ ਆ ਉਹ ਪਤਾ ਨਹੀਂ ਉਹਨੂੰ ਕੀ ਹੋ ਗਿਆ, ਪਤਾ ਨਹੀਂ ਉਹ ਹੈਗਾ ਜਿਉਂਦਾ ਹੈਗਾ ਵੀ ਆ ਜਾਂ ਨਹੀਂ ਹੈਗਾ ਆ। ਪਰ ਜਿਹੜਾ ਮੂਸਾ ਸੀਗਾ ਉਹ ਪਰਮੇਸ਼ਰ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ, ਕਾਫੀ ਸਮਾਂ ਹੋ ਗਿਆ ਸੀਗਾ, ਅਤੇ ਇਸਰਾਏਲੀ ਜਿਹੜੇ ਲੋਕ ਸੀਗੇ ਉਹ ਮੂਸਾ ਨੂੰ ਭੁੱਲ ਚੁੱਕੇ ਸੀਗੇ। ਉਹ ਕਹਿੰਦੇ ਮੂਸਾ ਪਤਾ ਨਹੀਂ ਖਤਮ ਹੋ ਗਿਆ, ਅਤੇ ਉਹ ਹਾਰੂਨ ਨੂੰ ਕਹਿੰਦੇ ਕਿ ਸਾਡੇ ਲਈ ਕੋਈ ਦੇਵਤਾ ਬਣਾ ਜਿਸ ਦੀ ਅਸੀਂ ਪੂਜਾ ਕਰੀਏ। ਹਾਲੇਲੂਇਆ। ਬਲਕਿ ਜਦੋਂ ਪਰਮੇਸ਼ਰ ਜਿਹੜਾ ਮੂਸਾ ਨਾਲ ਗੱਲਬਾਤ ਕਰਦਾ ਸੀਗਾ, ਉਸ ਪਰਮੇਸ਼ਰ ਨੇ ਮੂਸਾ ਨੂੰ ਆਗਿਆਵਾਂ ਦਿੱਤੀਆਂ ਸੀਗੀਆਂ ਕਿ ਮੇਰੇ ਸਨਮੁਖ ਤੇਰਾ ਕੋਈ ਦੂਸਰਾ ਦੇਵਤਾ ਨਾ ਹੋਵੇ। ਪਰ ਜਦੋਂ ਮੂਸਾ ਪਰਬਤ ਤੋਂ ਥੱਲੇ ਉਤਰਿਆ, ਪਰਮੇਸ਼ਰ ਦੀਆਂ ਆਗਿਆਵਾਂ ਨੂੰ ਲੈ ਕੇ ਥੱਲੇ ਉਤਰਿਆ, ਤਾਂ ਕੀ ਹੋਇਆ, ਉਸਨੇ ਇਸਰਾਏਲੀ ਲੋਕਾਂ ਨੂੰ ਜਿਹੜੇ ਸੀਗੇ ਉਹ ਇੱਕ ਪਸ਼ੂ ਦੀ ਪੂਜਾ ਕਰਦੇ ਦੇਖਿਆ ਨੇ। ਤਾਂ ਜਿਹੜੀ ਉਹਦੇ ਹੱਥ ਦੇ ਵਿੱਚ ਆਗਿਆਵਾਂ ਸੀਗੀਆਂ
ਫੱਟੀਆਂ ਸੀਗੀਆਂ ਪੱਥਰ ਦੀਆਂ, 10 ਹੁਕਮ ਜਿਸ ਉੱਤੇ ਲਿਖੇ ਹੋਏ ਸੀਗੇ। ਤਾਂ ਜਦੋਂ ਉਹਨੇ ਆਪਣੇ ਲੋਕਾਂ ਨੂੰ ਦੇਖਿਆ ਕਿ ਇਹ ਪਰਮੇਸ਼ਰ ਦੀ ਆਗਿਆਵਾਂ ਨੂੰ ਤੋੜ ਰਹੇ ਆ, ਇਹ ਜਿਉਂਦੇ ਪਰਮੇਸ਼ਰ ਨੂੰ ਛੱਡ ਕੇ ਇੱਕ ਪਸ਼ੂ ਦੀ ਪੂਜਾ ਕਰ ਰਹੇ ਆ, ਤਾਂ ਮੂਸਾ ਨੇ ਉਹ ਜਿਹੜੀਆਂ ਪੱਥਰ ਦੀਆਂ ਫੱਟੀਆਂ ਸੀਗੀਆਂ ਉਹ ਪਹਾੜ ਤੋਂ ਥੱਲੇ ਸਿੱਟ ਦਿੱਤੀਆਂ, ਤੇ ਉਹ ਫੱਟੀਆਂ ਜਿਹੜੀਆਂ ਸੀਗੀਆਂ ਉਹ ਟੁੱਟ ਚੁੱਕੀਆਂ ਸੀਗੀਆਂ। ਹਾਲੇਲੂਇਆ। ਉਹ ਜਦੋਂ ਪਰਮੇਸ਼ਰ ਨੇ ਜਿਹੜੀਆਂ ਆਗਿਆਵਾਂ ਦਿੱਤੀਆਂ ਸੀਗੀਆਂ ਟੁੱਟ ਗਈਆਂ, ਪਰਮੇਸ਼ਰ ਉਹਨੇ ਤੋੜੇ ਦਿੱਤੀਆਂ ਉਹਨਾਂ ਨੂੰ, ਆਗਿਆਵਾਂ ਨੂੰ ਮੂਸਾ ਨੇ ਖਤਮ ਕਰ ਦਿੱਤਾ। ਪਰਮੇਸ਼ਰ ਨੂੰ, ਮੂਸਾ ਨੂੰ ਇੰਨਾ ਗੁੱਸਾ ਆਇਆ ਉਹਨਾਂ ਲੋਕਾਂ ਦੇ ਪ੍ਰਤੀ। ਕਈ ਵਾਰ ਕੀ ਹੁੰਦਾ, ਸਾਡੇ ਕੋਲੋਂ ਵੀ ਪਰਮੇਸ਼ਰ ਕੁਝ ਚੀਜ਼ਾਂ ਸਾਨੂੰ ਦਿੰਦਾ ਆ, ਤੇ ਉਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਚਲੇ ਜਾਂਦੀਆਂ ਜਾਂ ਗੁਆਚ ਜਾਂਦੀਆਂ, ਜਾਂ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਂਦੀਆਂ। ਕੁਝ ਆਸ਼ੀਸ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ, ਕਈ ਵਾਰ ਕੀ ਹੁੰਦਾ ਉਹ ਆਸ਼ੀਸ਼ਾਂ ਨੂੰ ਅਸੀਂ ਗਵਾ ਬੈਠਦੇ ਹਾਂ, ਉਹ ਆਸ਼ੀਸ਼ਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਮਿਸ ਹੋ ਜਾਂਦੀਆਂ ਆ। ਕੁਝ ਚੰਗਾਈ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਕੀ ਹੁੰਦੇ, ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਉਂਦੇ ਆ, ਸਾਡੀ ਚੰਗਾਈ ਹੋ ਜਾਂਦੀ ਆ, ਸਾਡਾ ਛੁਟਕਾਰਾ ਹੋ ਜਾਂਦਾ ਦੁਸ਼ਟ ਆਤਮਾ ਤੋਂ, ਬਿਮਾਰੀਆਂ ਤੋਂ, ਲਾਚਾਰੀਆਂ ਤੋਂ, ਗਰੀਬੀ ਤੋਂ, ਜਾਂ ਸਾਡੇ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਂਦੇ ਆ। ਕੀ ਹੁੰਦਾ ਕਿ ਕੁਝ ਸਮੇਂ ਬਾਅਦ ਉਹ ਜਿਹੜੀ ਪ੍ਰੋਬਲਮਸ ਦੁਆਰਾ ਫਿਰ ਤੋਂ ਆਉਣਾ ਪੈਂਦੀ, ਅਸੀਂ ਆਪਣੀ ਚੰਗਾਈ ਨੂੰ ਗਵਾ ਬੈਠਦੇ ਹਾਂ। ਪਰਮੇਸ਼ਰ ਚੰਗਾਈ ਨਹੀਂ ਵਾਪਸ ਲੈਂਦਾ, ਬਲਕਿ ਜਿਸ ਤਰ੍ਹਾਂ ਮੂਸਾ ਨੇ ਉਹ ਫੱਟੀਆਂ ਗਵਾ ਲੀਆਂ, ਤੋੜ ਦਿੱਤੀਆਂ। ਕਈ ਵਾਰ ਅਸੀਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਕੀ ਹੁੰਦਾ ਆ, ਉਹ ਜਿਹੜੀਆਂ ਆਸ਼ੀਸ਼ਾਂ ਆ ਅਸੀਂ ਗਵਾ ਬੈਠਦੇ ਹਾਂ, ਆਪਣੀ ਚੰਗਾਈ ਨੂੰ ਗਵਾ ਬੈਠਦੇ ਹਾਂ, ਆਪਣੀ ਬਰਕਤ ਨੂੰ ਗਵਾ ਬੈਠਦੇ ਹਾਂ, ਆਪਣੀ ਕੰਮਾਂ ਕਾਰਾਂ ਦੇ ਵਿੱਚ ਆਸ਼ੀਸ਼ ਨੂੰ ਗਵਾ ਬੈਠਦੇ ਹਾਂ, ਆਪਣੇ ਘਰਾਂ ਦੇ ਵਿੱਚ ਆਸ਼ੀਸ਼ ਨੂੰ ਗਵਾ ਬੈਠਦੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਅਭਿਸ਼ੇਕ ਨੂੰ ਖੋ ਬੈਠਦੇ ਹਾਂ। ਹਾਲੇਲੂਇਆ। ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਆ ਜਾਂਦਾ ਹੈ, ਜਦੋਂ ਇਹੋ ਜਿਹੀਆਂ ਪਰਿਸਥਿਤੀਆਂ ਹੋ ਜਾਂਦੀਆਂ, ਇਹੋ ਜਿਹੀਆਂ ਹਾਲਾਤ ਹੋ ਜਾਂਦੀਆਂ, ਫਿਰ ਸਾਨੂੰ ਕੁਝ ਦਿਖਦਾ ਨਹੀਂ, ਸਾਨੂੰ ਸਮਝ ਨਹੀਂ ਲੱਗਦਾ। ਅਸੀਂ ਇਹ ਸੋਚਦੇ ਰਹਿੰਦੇ ਹਾਂ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਤਾਂ ਹਾਂ, ਅਸੀਂ ਪ੍ਰਾਰਥਨਾ ਤਾਂ ਕਰਦੇ ਹਾਂ, ਅਸੀਂ ਵਚਨ ਤਾਂ ਪੜ੍ਹਦੇ ਹਾਂ, ਪਰ ਸਾਨੂੰ ਕਈ ਵਾਰ ਨਹੀਂ ਪਤਾ ਲੱਗਦਾ ਕਿ ਸਾਡੇ ਨਾਲ ਕੀ ਹੋਇਆ, ਇਹ ਸਾਡੀ ਜਿਹੜੀ ਪ੍ਰੋਬਲਮ ਹੈ ਕਿਉਂ ਆਈ ਹੈ, ਜਿਹੜੀ ਸਾਡੀ ਸਮੱਸਿਆ ਆ ਕਿਉਂ ਆਈ ਆ। ਇਸ ਦੇ ਵਿੱਚ ਮੇਰੇ ਭੈਣ ਤੋਂ ਭਰਾਵੋ ਕਾਰਨ ਹੁੰਦਾ ਕਿ ਅਸੀਂ ਪਰਮੇਸ਼ਰ ਨੇ ਜਿਹੜੀ ਚੀਜ਼ ਸਾਨੂੰ ਦਿੱਤੀ ਆ, ਜਿਸ ਤਰ੍ਹਾਂ ਮੂਸਾ ਨੂੰ ਪਰਮੇਸ਼ਰ ਨੇ ਆਗਿਆਵਾਂ ਦਿੱਤੀਆਂ ਸੀਗੀਆਂ, ਪੱਥਰ ਦੀਆਂ 2 ਫੱਟੀਆਂ ਉੱਤੇ ਲਿਖ ਕੇ ਦਿੱਤੀਆਂ ਸੀਗੀਆਂ। ਜਦੋਂ ਉਹ ਪਹਾੜ ਤੋਂ ਥੱਲੇ ਉਤਰਿਆ ਤਾਂ ਕੀ ਹੋਇਆ, ਉਸਨੇ ਉਹ ਆਗਿਆਵਾਂ ਜਿਹੜੀਆਂ ਸੀਗੀਆਂ ਤੋੜ ਦਿੱਤੀਆਂ, ਉਹ ਪੱਥਰੇ ਹੀ ਡਿਸਟਰੋਏ ਕਰ ਦਿੱਤੇ। ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਇਹ ਸਮੱਸਿਆ ਆਉਂਦੀਆਂ, ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਕੋਈ ਕੰਮ ਕਰਦਾ, ਸਾਡੀ ਫੈਮਿਲੀ ਦੇ ਵਿੱਚ, ਪਤੀ ਪਤਨੀ ਦੀ ਜ਼ਿੰਦਗੀ ਦੇ ਵਿੱਚ, ਭੈਣ ਭਰਾ ਦੀ ਜ਼ਿੰਦਗੀ ਦੇ ਵਿੱਚ, ਜਾਂ ਮਾਤਾ ਪਿਤਾ ਦੀ ਜ਼ਿੰਦਗੀ ਦੇ ਵਿੱਚ, ਜਾਂ ਸਾਨੂੰ ਘਰ ਦੀ ਪਰਮੇਸ਼ਰ ਕੋਈ ਆਸ਼ੀਸ਼ ਦਿੰਦਾ, ਜਾਂ ਸਾਨੂੰ ਕੋਈ ਗੱਡੀ ਦੀ ਆਸ਼ੀਸ਼ ਦਿੰਦਾ, ਜਾਂ ਸਾਨੂੰ ਪਰਮੇਸ਼ਰ ਆਤਮਿਕ ਵਰਦਾਨ ਦਿੰਦਾ ਆ, ਜਾਂ ਫਿਰ ਪਰਮੇਸ਼ਰ ਕੁਝ ਵੀ ਸਾਨੂੰ ਦਿੰਦਾ ਆ। ਅਸੀਂ ਕੀ ਕਰਦੇ ਹਾਂ, ਕਈ ਵਾਰ ਬਹੁਤਿਆਂ ਦੇ ਨਾਲ ਕੀ ਹੁੰਦਾ, ਉਹ ਜਿਹੜੀ ਆਸ਼ੀਸ਼ ਹੈ ਦੂਰ ਹੋ ਜਾਂਦੀ ਆ, ਗਵਾ ਬੈਠਦੇ ਆ। ਕਾਰਨ ਕੀ ਆ ਕਿ ਸਾਨੂੰ ਤਾਂ ਪਰਮੇਸ਼ਰ ਨੇ ਦਿੱਤਾ ਹੀ ਸੀਗਾ, ਪਰ ਕੀ ਹੋ ਜਾਂਦਾ, ਪਰ ਅਸੀਂ ਗਵਾ ਬੈਠਦੇ ਹਾਂ। ਜਿਸ ਤਰ੍ਹਾਂ ਪਰਮੇਸ਼ਰ ਨੇ ਮੂਸਾ ਨੂੰ ਆਗਿਆ ਦਿੱਤੀ ਸੀ ਕਿ ਇਹ ਜਿਹੜੇ ਹੁਕਮ ਮੈਂ ਤੈਨੂੰ ਦਿੱਤੇ ਆ, ਇਹ ਕੀ ਕਰ, ਇਸਰਾਇਲੀ ਲੋਕਾਂ ਨੂੰ ਕੀ ਕਰ, ਜਾ ਕੇ ਦੇ, ਉਹਨਾਂ ਨੂੰ ਸੁਣਾ। ਹਾਲੇਲੂਇਆ। ਜਦੋਂ ਉਹ ਜਿਹੜਾ ਮੂਸਾ ਸੀਗਾ ਪਰਮੇਸ਼ਰ ਦੀ ਉਪਸਥਿਤੀ ਤੋਂ ਪਹਾੜ ਤੋਂ ਥੱਲੇ ਆਉਂਦਾ ਆ, ਤਾਂ ਕੀ ਹੁੰਦਾ, ਉਹ ਇਸਰਾਇਲੀ ਲੋਕਾਂ ਨੂੰ ਦੇਖਦਾ ਕਿ ਇੱਕ ਉਹ ਦੇਵਤਾ ਬਣਾਇਆ ਹੋਇਆ, ਉਸਨੇ ਇੱਕ ਪਸ਼ੂ ਬਣਾਇਆ ਹੋਇਆ ਆ, ਉਸ ਪਸ਼ੂ ਦੀ ਪੂਜਾ ਕਰ ਰਹੇ ਆ। ਤਾਂ ਕੀ ਹੋਇਆ, ਉਹ ਪੱਥਰ ਦੀਆਂ ਫੱਟੀਆਂ ਗੁੱਸੇ ਦੇ ਨਾਲ ਤੋੜ ਦਿੰਦਾ, ਤੇ ਉਹਨਾਂ ਲੋਕਾਂ ਦਾ ਜਿਹੜਾ ਪਸ਼ੂ ਬਣਾਇਆ ਹੁੰਦਾ ਹੈ ਉਹਦੀ ਪੂਜਾ ਕਰਦੇ ਆ, ਉਸ ਨੂੰ ਡਿਸਟਰੋਏ ਕਰ ਦਿੰਦਾ, ਮੂਸਾ ਖਤਮ ਕਰ ਦਿੰਦਾ। ਤੇ ਉਸ ਨੂੰ ਜਿਹੜਾ ਸੋਨੇ ਦਾ ਉਹਨਾਂ ਨੇ ਬਛੜਾ ਬਣਾਇਆ ਹੁੰਦਾ, ਉਹ ਕੀ ਕਰਦਾ, ਉਹਨਾਂ ਨੂੰ ਅੱਗ ਲਾ ਕੇ ਮੂਸਾ ਫੂਕ ਦਿੰਦਾ, ਤੇ ਉਹਨੂੰ ਪਾਣੀ ਦੇ ਵਿੱਚ ਘੋਲ ਕੇ ਉਹ ਇਸਰਾਇਲੀ ਲੋਕਾਂ ਨੂੰ ਪਿਲਾ ਦਿੰਦਾ ਆ। ਹਾਲੇਲੂਇਆ। ਗੋਲਡਨ ਡਸਟ ਕਹਿ ਸਕਦੇ ਹਾਂ ਕਿ ਸੋਨੇ ਨੂੰ ਜਦੋਂ ਅਸੀਂ ਭਸਮ ਕਰ ਦਿੰਦੇ ਆ ਤਾਂ ਕੀ ਹੋ ਜਾਂਦਾ, ਉਹ ਰਾਖ ਬਣ ਜਾਂਦਾ ਆ। ਤੇ ਰਾਖ ਉਹਨੇ ਕੀ ਕੀਤੀ, ਉਹ ਜਿਹੜੀ ਡਸਟ ਸੀਗੀ, ਸੋਨੇ ਦੀ ਡਸਟ ਸੀਗੀ, ਗੋਲਡ ਡਸਟ ਜਿਹੜੀ ਸੀਗੀ, ਉਹ ਕੀ ਕੀਤਾ, ਇਸਰਾਇਲੀ ਲੋਕਾਂ ਨੂੰ ਪਿਲਾ ਦਿੱਤੀ ਉਹਨੇ। ਹਾਲੇਲੂਇਆ। ਜਦੋਂ ਪਿਲਾ ਦਿੱਤੀ ਹੁੰਦੀ ਤਾਂ ਕੀ ਹੋਇਆ ਹੋਊਗਾ, ਗੋਲਡ ਡਸਟ ਉਹਨਾਂ ਦੇ ਜੀਵਨ ਦੇ ਵਿੱਚ ਮਤਲਬ ਅੰਦਰ ਚਲੇ ਗਈ। ਜੇ ਅੰਦਰ ਚਲ ਗਈ ਉਹ ਤਾਂ ਬਾਹਰ ਵੀ ਆਈ ਹੋਣੀ ਆ। ਅੱਜ ਬਹੁਤ ਸਾਰੇ ਚਮਤਕਾਰ ਵੀ ਹੁੰਦੇ ਆ ਗੋਲਡ ਡਸਟ ਦੇ, ਮੈਨੂੰ ਨਹੀਂ ਪਤਾ ਪਰਮੇਸ਼ਰ ਦੇ ਵੱਲੋਂ ਹੁੰਦੇ ਆ ਜਾਂ ਨਹੀਂ ਹੁੰਦੇ ਆ, ਪਰ ਉਹ ਪਰਮੇਸ਼ਰ ਦੇ ਵੱਲੋਂ ਜਾਂ ਕਿੱਦਾਂ ਨਹੀਂ ਆ, ਪਰ ਉਹ ਜਿਹੜੀ ਗੋਲਡ ਡਸਟ ਹੈ ਉਹ ਜਦੋਂ ਆਉਂਦੀ ਹੈ ਇਨਸਾਨ ਦੇ ਹੱਥਾਂ ਉੱਤੇ, ਪਰਮੇਸ਼ਰ ਜਦੋਂ ਸਾਨੂੰ ਸੋਨਾ ਦਿੰਦਾ ਆ ਤਾਂ ਉਹ ਜਿਹੜਾ ਸੋਨਾ ਆ ਉਹ ਜਦੋਂ ਸਾਨੂੰ ਕੋਈ ਵਸਤੂ ਦਿੰਦਾ ਉਹਦਾ ਮੁੱਲ ਹੁੰਦਾ। ਪਰਮੇਸ਼ਰ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਦਿੰਦਾ, ਪਰਮੇਸ਼ਰ ਨੇ ਜਦੋਂ ਮੂਸਾ ਨੂੰ ਇਹ ਆਗਿਆਵਾਂ ਦਿੱਤੀਆਂ ਤਾਂ ਕੀ ਹੋਇਆ, ਮੂਸਾ ਨੇ ਇਹ ਜਿਹੜੀਆਂ ਆਗਿਆਵਾਂ ਗਵਾ ਲਈਆਂ। ਜਦੋਂ ਉਹਨੇ ਦੇਖਿਆ ਕਿ ਇਸਰਾਇਲੀ ਲੋਕ ਬਛੜਾ ਬਣਾਉਂਦੇ ਆ, ਉਸਨੇ ਉਸ ਬਛੜੇ ਨੂੰ ਖਤਮ ਕਰ ਦਿੱਤਾ, ਜਿਸ ਦੇ ਕਾਰਨ ਇਹ ਗੁਆਚੀਆਂ ਸੀਗੀਆਂ। ਇਹ ਆਸ਼ੀਸ਼ਾਂ ਜਿਹੜੀਆਂ ਮੂਸਾ ਦੀ ਜ਼ਿੰਦਗੀ ਦੇ ਵਿੱਚ, ਇਹ ਜਿਹੜੇ 10 ਹੁਕਮ ਸੀਗੇ ਮੂਸਾ ਨੇ ਗਵਾ ਲਏ ਸੀਗੇ।
ਕੀ ਕੀਤਾ? ਪਹਿਲਾਂ ਤਾਂ ਉਸਨੇ ਇਸਰਾਇਲੀ ਲੋਕਾਂ ਨੂੰ ਆ ਕੇ ਡਾਂਟਿਆ, ਸਮਝਾਇਆ ਕਿ ਤੁਸੀਂ ਜਿਉਂਦੇ ਪਰਮੇਸ਼ਰ ਨੂੰ ਛੱਡ ਕੇ ਤੁਸੀਂ ਇੱਕ ਬਛੜੇ ਉੱਤੇ ਵਿਸ਼ਵਾਸ ਕਰ ਰਹੇ ਹੋ। ਤਾਂ ਉੱਥੇ ਬਹੁਤ ਸਾਰਾ ਹੱਲਾ ਹੋਇਆ, ਬਹੁਤ ਸਾਰੇ ਲੋਕ ਉੱਥੇ ਮਾਰੇ ਗਏ। ਮੂਸਾ ਨੇ ਜਦੋਂ ਆਪਣੇ ਲੋਕਾਂ ਨੂੰ ਕਿਹਾ, ਤਾਂ ਫਿਰ ਜਦੋਂ ਕੀ ਹੋਇਆ, ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ਾਂ ਗਵਾਚ ਜਾਂਦੀਆਂ ਆ, ਸਾਡੀ ਜਿਹੜੀ ਚੰਗਾਈ ਸਾਡੀ ਚਲੇ ਜਾਂਦੀ ਆ, ਜਾਂ ਸਾਡੀ ਹੀਲਿੰਗ ਚਲੇ ਜਾਂਦੀ ਆ, ਜੋ ਸਾਨੂੰ ਅਭਿਸ਼ੇਕ ਦੇ ਦੁਆਰਾ ਪਰਮੇਸ਼ਰ ਨੇ ਚੰਗਾਈ ਦਿੱਤੀ ਹੁੰਦੀ ਆ, ਬਹੁਤ ਸਾਰੇ ਲੋਕ ਗਵਾ ਬੈਠਦੇ ਆ। ਬਹੁਤ ਸਾਰੇ ਲੋਕ ਆਉਂਦੇ ਆ, ਦੁਸ਼ਟ ਆਤਮਾ ਤੋਂ ਆਜ਼ਾਦ ਹੋ ਜਾਂਦੇ ਆ, 2 4 6 ਮਹੀਨੇ ਆਜ਼ਾਦ ਰਹਿੰਦੇ ਆ, ਤੇ ਫਿਰ ਮੇਰੇ ਕੋਲ ਵਾਪਸ ਆਉਂਦੇ ਆ। ਉਸ ਦੇ ਦੌਰਾਨ ਉਹ ਚਰਚ ਦੇ ਵਿੱਚ ਨਹੀਂ ਆਉਂਦੇ, ਜਦੋਂ ਠੀਕ ਹੋ ਜਾਂਦੇ ਆ ਤਾਂ ਕੀ ਹੋ ਜਾਂਦੇ ਆ, ਉਹ ਫਿਰ ਦੁਬਾਰਾ ਉਹ ਪ੍ਰੋਬਲਮਸ ਦੇ ਵਿੱਚ, ਸਮੱਸਿਆ ਦੇ ਵਿੱਚ, ਜਦ ਦੁਬਾਰਾ ਫਿਰ ਉਹੀ ਬਿਮਾਰੀ ਮੁੜਿਆਂ ਦੀ, ਸਾਲ ਮਗਰੋਂ 6 ਮਹੀਨੇ ਮਗਰੋਂ, ਤਾਂ ਕੀ ਹੁੰਦਾ, ਉਹ ਲੋਕ ਫਿਰ ਆਉਂਦੇ ਆ, ਫਿਰ ਮੇਰੇ ਕੋਲ ਵਾਪਸ ਆਉਣਗੇ 6 ਮਹੀਨੇ ਮਗਰੋਂ, ਜਾਂ ਆਉਂਦੇ ਆ, ਸਵਾਲ ਪੁੱਛਦੇ ਆ ਕਿ ਇਹ ਸਾਡੇ ਨਾਲ ਕਿਉਂ ਹੋਇਆ। ਜਦੋਂ ਫਿਰ ਮੈਂ ਉਸਨੂੰ ਕਹਿੰਦਾ ਕਿ ਤੁਸੀਂ ਪਰਮੇਸ਼ਰ ਦੇ ਪਿੱਛੇ ਨਹੀਂ ਚੱਲੇ, ਇਹ ਆਸ਼ੀਸ਼ਾਂ ਜਿਹੜੀਆਂ ਸੀਗੀਆਂ ਤੁਸੀਂ ਗਵਾ ਲਈਆਂ। ਹਾਲੇਲੂਇਆ। ਕੀ ਹੁੰਦਾ ਜਦੋਂ ਅਸੀਂ ਪਰਮੇਸ਼ਰ ਦੇ ਪਿੱਛੇ ਨਹੀਂ ਚੱਲਦੇ, ਉਸਦੀ ਆਗਿਆ ਦੇ ਪਿੱਛੇ ਨਹੀਂ ਚੱਲਦੇ, ਇਹ ਜਿਹੜੇ ਆਸ਼ੀਸ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਚਲੇ ਜਾਂਦੀਆਂ ਆ, ਸਾਡੇ ਘਰ ਦੇ ਵਿੱਚੋਂ ਚਲੇ ਜਾਂਦੀਆਂ, ਸਾਡੇ ਜੀਵਨ ਦੇ ਵਿੱਚੋਂ ਚਲੇ ਜਾਂਦੀਆਂ ਆ। ਹਾਲੇਲੂਇਆ। ਕਿਉਂਕਿ ਜਦੋਂ ਪਰਮੇਸ਼ਰ ਦੇ ਦਿੰਦਾ ਹੈ, ਪਰਮੇਸ਼ਰ ਵਾਪਸ ਨਹੀਂ ਲੈਂਦਾ। ਹਾਲੇਲੂਇਆ। ਪਰਮੇਸ਼ਰ ਨੇ ਜਿਸ ਇਨਸਾਨ ਨੂੰ ਵੀ ਕੋਈ ਵੀ ਆਸ਼ੀਸ਼ ਦਿੱਤੀ ਆ, ਪਰਮੇਸ਼ਰ ਕਦੇ ਵੀ ਵਾਪਸ ਨਹੀਂ ਲੈਂਦਾ। ਵਚਨ ਕਹਿੰਦਾ ਉਹ ਦੇ ਕੇ ਕਦੇ ਵਾਪਸ ਨਹੀਂ ਲੈਂਦਾ। ਹਾਲੇਲੂਇਆ। ਉਹ ਖੋਂਦਾ ਨਹੀਂ ਹੈਗਾ। ਉਸਨੇ ਜਿਹੜਾ ਲੂਸੀਫਰ ਆ, ਉਸਨੂੰ ਵੀ ਪਰਮੇਸ਼ਰ ਨੇ ਪਾਵਰ ਦਿੱਤੀ ਸੀਗੀ, ਤੇ ਪਰਮੇਸ਼ਰ ਨੇ ਅੱਜ ਤੱਕ ਉਸਨੂੰ ਪਾਵਰ ਉਹ ਜਿਹੜੀ ਆ ਲਈ ਨਹੀਂ ਹੈਗੀ। ਪਰਮੇਸ਼ਰ ਨੇ ਉਸ ਤੋਂ ਉਸ ਪਾਵਰ ਨੂੰ ਖੋਇਆ ਨਹੀਂ ਹੈਗਾ। ਬੇਸ਼ੱਕ ਉਸਨੇ ਉਸ ਪਾਵਰ ਦਾ ਗਲਤ ਇਸਤੇਮਾਲ ਕੀਤਾ ਆ, ਪਰ ਪਰਮੇਸ਼ਰ ਦੀ ਜਿਹੜੀ ਸਾਮਰਥ ਹੈ, ਉਸ ਸਾਮਰਥ ਤੋਂ ਵੀ ਵੱਡੀ ਸਾਮਰਥ ਹੈ। ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਸਹੀ ਹੋ ਜਾਂਦੇ ਆ। ਹਾਲੇਲੂਇਆ। ਫਿਰ ਅਸੀਂ ਕੀ ਕਰਦੇ ਆ, ਜਿੱਥੋਂ ਸਾਡੇ ਕੰਮ ਸਹੀ ਹੁੰਦੇ ਆ, ਅਸੀਂ ਉਹਨਾਂ ਲੋਕਾਂ ਦੇ ਖਿਲਾਫ ਕੁੜਕੜਾਉਣਾ ਪਾਉਂਦੇ ਆ, ਉਹਨਾਂ ਲੋਕਾਂ ਦੇ ਖਿਲਾਫ ਹੀ ਬੁਰਾ ਭਲਾ ਕਹਿਣਾ ਪਾਉਂਦੇ ਆ। ਉਹ ਕਈ ਵਾਰ ਕੀ ਹੋ ਜਾਂਦਾ, ਜਦੋਂ ਤੁਸੀਂ ਜਿੱਥੋਂ ਤੁਹਾਨੂੰ ਆਸ਼ੀਸ਼ ਮਿਲਦੀ ਆ, ਅਸੀਂ ਉਸੇ ਆਸ਼ੀਸ਼ ਵੱਲ, ਜਿਸ ਇਨਸਾਨ ਦੇ ਦੁਆਰਾ ਸਾਨੂੰ ਆਸ਼ੀਸ਼ ਮਿਲੀ, ਜਿਸ ਸੇਵਕ ਦੇ ਦੁਆਰਾ ਆਸ਼ੀਸ਼ ਮਿਲੀ, ਅਸੀਂ ਉਹਨਾਂ ਦੇ ਹੀ ਖਿਲਾਫ ਬੋਲਣਾ ਪਾਉਂਦੇ ਆ, ਉਹਨਾਂ ਦੇ ਹੀ ਵਿਰੁੱਧ ਬੋਲਣਾ ਪਾਉਂਦੇ ਆ। ਤਾਂ ਕੀ ਹੋ ਜਾਂਦਾ, ਉਹ ਜਿਹੜਾ ਮੱਸਾ ਹੁੰਦਾ, ਉਸ ਤੁਹਾਡੇ ਜਿਸ ਸੇਵਕ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦਿੰਦਾ ਆ, ਉਹ ਜਿਹੜਾ ਮੱਸਾ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਬੰਦ ਕਰ ਦਿੰਦਾ ਆ। ਫਿਰ ਹਾਲੇਲੂਇਆ। ਉਹ ਜਿਹੜਾ ਮੱਸਾ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਨਹੀਂ ਕਰੇਗਾ, ਉਹ ਦੂਜਿਆਂ ਦੀ ਜੀਵਨ ਦੇ ਵਿੱਚ ਕੰਮ ਕਰੇਗਾ, ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਕੰਮ ਕਰਨਾ ਬੰਦ ਕਰ ਦੇਗਾ। ਜਿਸ ਤਰ੍ਹਾਂ ਮੂਸਾ ਨੇ ਕੀ ਕੀਤਾ, ਫੱਟੀਆਂ ਗਵਾ ਲਈਆਂ, ਉਸਨੂੰ ਭੁੱਲ ਗਿਆ ਕਿ ਕੀ ਲਿਖਿਆ ਸੀਗਾ ਪਰਮੇਸ਼ਰ ਨੇ। ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਸੇਵਕ ਦੇ ਅਧੀਨ ਆ, ਜਾਂ ਕਿਸੇ ਜਿਸ ਦੇ ਦੁਆਰਾ ਵੀ ਤੁਸੀਂ ਚੰਗਾਈ ਪਾਈ ਆ, ਜਦੋਂ ਉਹ ਜਿਹੜਾ ਅਭਿਸ਼ੇਕ ਦੇ ਦੁਆਰਾ ਤੁਸੀਂ ਛੁਡਾਏ ਗਏ ਆ, ਜਿਸ ਇਨਸਾਨ ਦੇ ਦੁਆਰਾ ਤੁਹਾਨੂੰ ਪਰਮੇਸ਼ਰ ਨੇ ਚੰਗਾ ਕੀਤਾ, ਅਗਰ ਰਿਸਪੈਕਟ, ਉਹਨਾਂ ਚੀਜ਼ਾਂ ਦੀ ਰਿਸਪੈਕਟ ਬਣੀ ਰਹਿੰਦੀ ਆ, ਤਾਂ ਉਹ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਵੀ ਬਣੀ ਰਹਿੰਦੀ ਆ। ਹਾਲੇਲੂਇਆ। ਜਦੋਂ ਪਰਮੇਸ਼ਰ ਦੇ ਵਚਨ ਦੀ ਆਗਿਆ ਸਾਡੀ ਜ਼ਿੰਦਗੀ ਦੇ ਵਿੱਚ ਬਣੀ ਰਹਿੰਦੀ ਆ, ਤਾਂ ਕੀ ਹੁੰਦਾ ਆ, ਚੰਗਾਈ, ਹੀਲਿੰਗ, ਸਾਮਰਥ, ਆਸ਼ੀਸ਼ਾਂ ਬਣੀਆਂ ਰਹਿੰਦੀਆਂ ਆ। ਜਦੋਂ ਅਸੀਂ ਉਸੇ ਹੀ ਅਭਿਸ਼ੇਕ ਦੇ ਵਿਰੁੱਧ ਬੋਲਣਾ ਪਾਉਂਦੇ ਆ, ਉਸੇ ਹੀ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਗਵਾ ਬੈਠਦੇ ਆ, ਉਹਨਾਂ ਲੋਕਾਂ ਨੂੰ ਉਸ ਜਿਸ ਦੇ ਦੁਆਰਾ ਸਾਨੂੰ ਆਸ਼ੀਸ਼ ਮਿਲੀ ਆ, ਉਹਨਾਂ ਲੋਕਾਂ ਨੂੰ ਜਦੋਂ ਅਸੀਂ ਗਵਾ ਦਿੰਦੇ ਆ, ਤੇ ਉਹ ਕਈ ਵਾਰ ਕੀ ਹੁੰਦੀ ਆ, ਫਿਰ ਉਹ ਜਿਹੜੀ ਆਸ਼ੀਸ਼ ਆ ਰਹਿ ਤਾਂ ਜਾਂਦੀ ਆ, ਕਈ ਵਾਰ ਕੀ ਹੋ ਜਾਂਦਾ ਆ, ਫਿਰ ਉਹ ਹੌਲੀ ਹੌਲੀ ਕਈ ਵਾਰ ਚਲੀ ਜਾਂਦੀ ਆ। ਹਾਲੇਲੂਇਆ। ਇਸ ਲਈ ਜ਼ਰੂਰੀ ਆ ਕਿ ਜਿਹੜੀ ਪਰਮੇਸ਼ਰ ਨੇ ਸਾਨੂੰ ਆਗਿਆ ਦਿੱਤੀ ਆ, ਜਿੱਥੋਂ ਪਰਮੇਸ਼ਰ ਨੇ ਸਾਨੂੰ ਆਸ਼ੀਸ਼ ਦਿੱਤੀ ਆ, ਜਿੱਥੋਂ ਪਰਮੇਸ਼ਰ ਨੇ ਸਾਡੇ ਨਾਲ ਗੱਲਬਾਤ ਕੀਤੀ ਆ, ਤਾਂ ਉਹ ਕੀ ਕਰੀਏ, ਅਸੀਂ ਉਹਨਾਂ ਦੇ ਇਨਸਾਨਾਂ ਦੇ ਖਿਲਾਫ, ਉਹਨਾਂ ਸੇਵਕਾਂ ਦੇ ਖਿਲਾਫ, ਜਾਂ ਕਿਸੇ ਦੇ ਖਿਲਾਫ ਕੁੜਕੜਾਈਏ ਨਾ। ਕਿਤੇ ਇਹ ਨਾ ਹੋਵੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬੁਰੀ ਮੁਸੀਬਤ ਆਵੇ, ਕਿ ਅਸੀਂ ਫਸ ਜਾਈਏ, ਫਿਰ ਸਾਨੂੰ ਕੋਈ ਰਸਤਾ ਨਾ ਮਿਲੇ। ਹਾਲੇਲੂਇਆ। ਜਦੋਂ ਇਸਰਾਇਲੀ ਜਿਹੜੇ ਸੀਗੇ ਉਹ ਪਾਪ ਦੇ ਵਿੱਚ ਫਸੇ ਹੋਏ ਸੀਗੇ, ਤੇ ਮੂਸਾ ਨੇ ਉਹਨਾਂ ਨੂੰ ਉਹਨਾਂ ਪਾਪ ਦੇ ਵਿੱਚੋਂ ਕੱਢਿਆ। ਹਾਲੇਲੂਇਆ। ਤਾਂ ਕੀ ਹੋਇਆ, ਜਦੋਂ ਮੂਸਾ ਨੇ ਉਹਨਾਂ ਫੱਟੀਆਂ ਨੂੰ ਤੋੜ ਦਿੱਤਾ, ਉਸ ਤੋਂ ਬਾਅਦ ਪਰਮੇਸ਼ਰ ਨੇ ਫਿਰ ਮੂਸਾ ਨੂੰ ਕੀ ਕਿਹਾ, ਮੂਸਾ ਜਿਹੜੀ ਤੈਨੂੰ ਮੈਂ ਆਗਿਆ ਦਿੱਤੀਆਂ ਸੀਗੀਆਂ, ਉਹ ਤੂੰ ਕੀ ਕਰ ਲਈਆਂ, ਤੈਂ ਗਵਾ ਦਿੱਤੀਆਂ। ਉਹ ਜਿਹੜੀਆਂ ਪੱਥਰ ਦੀਆਂ ਫੱਟੀਆਂ ਮੈਂ 2 ਦਿੱਤੀਆਂ ਸੀਗੀਆਂ, ਤੈਂ ਕੀ ਕਰ ਲਈਆਂ, ਗਵਾ ਲਈਆਂ। ਪਰਮੇਸ਼ਰ ਕੀ ਕਹਿੰਦਾ ਆ, ਅਗਰ ਤੂੰ ਉਹੀ ਆਗਿਆਵਾਂ ਨੂੰ ਦੁਆਰਾ ਪਾਉਣਾ ਚਾਹੁੰਦਾ ਹੈ, ਜਿਹੜੀਆਂ ਮੈਂ ਤੈਨੂੰ ਦੇਣਾ ਚਾਹੁੰਦਾ ਆ, ਅਗਰ ਉਹੀ ਆਸ਼ੀਸ਼ਾਂ ਤੂੰ ਦੁਆਰਾ ਲੈਣਾ ਚਾਹੁੰਦਾ ਆ, ਅਗਰ ਉਹੀ ਸਾਰਾ ਕੁਝ ਤੂੰ ਵਾਪਸ ਲੈਣਾ ਚਾਹੁੰਦਾ ਆ, ਤਾਂ ਕੀ ਕਰ, ਤੂੰ ਫਿਰ ਵਾਪਸ ਆ। ਹਾਲੇਲੂਇਆ।
ਜਦੋਂ ਮੇਰੇ ਭੈਣ ਤੋਂ ਭਰਾਵੋ ਸਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ਾਂ ਚਲੇ ਜਾਂਦੀਆਂ ਆ, ਬਰਕਤਾਂ ਚਲਾ ਜਾਂਦੀਆਂ ਆ, ਮੱਸਾ ਸਾਡੀ ਜ਼ਿੰਦਗੀ ਦੇ ਵਿੱਚ ਚਲਾ ਜਾਂਦਾ ਆ, ਚੰਗਾਈ ਲੈ ਕੇ ਉਹ ਦੁਆਰਾ ਸਾਡੀ ਜ਼ਿੰਦਗੀ ਦੇ ਵਿੱਚ ਸਾਰੀਆਂ ਪ੍ਰੋਬਲਮਾਂ ਆਉਣ ਆਪਣੀਆਂ, ਫਿਰ ਸਾਨੂੰ ਵਾਪਸ ਮੁੜਨ ਦੀ ਲੋੜ ਹੈ, ਵਾਪਸ ਹੋਣ ਦੀ ਜ਼ਰੂਰਤ ਹੈ। ਪਰਮੇਸ਼ਰ ਨੇ ਮੂਸਾ ਨੂੰ ਇਹ ਕਹਿੰਦਾ, ਤੂੰ ਜਿਹੜੀਆਂ ਮੈਂ ਤੈਨੂੰ ਪੱਥਰ ਦੀਆਂ 2 ਫੱਟੀਆਂ ਦਿੱਤੀਆਂ ਸੀਗੀਆਂ ਤੇ ਗਵਾ ਲਈਆਂ, ਹੁਣ ਤੂੰ ਕੀ ਕਰ, ਫਿਰ ਤੋਂ ਮੇਰੇ ਕੋਲ ਆ, ਫਿਰ ਤੋਂ ਮੇਰੇ ਕੋਲ ਆ ਕੇ ਮੈਂ ਤੈਨੂੰ ਉਹੀ ਆਗਿਆਵਾਂ ਦੁਆਰਾ ਫਿਰ ਤੋਂ ਦਵਾਂ। ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹਾ ਹੋਇਆ ਆ, ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਬਲੈਸ ਸੀਗੀ, ਸਾਰਾ ਕੁਝ ਸਹੀ ਸੀਗਾ, ਅਗਰ ਦੁਬਾਰਾ ਪ੍ਰੋਬਲਮਸ ਦੇ ਵਿੱਚ ਫਸਣ ਲੱਗ ਪਿਆ, ਦੁਬਾਰਾ ਸਮੱਸਿਆ ਦੇ ਵਿੱਚ ਫਸਣ ਲੱਗ ਪਿਆ, ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਵਾਪਸ ਮੁੜ ਆਓ। ਹਾਲੇਲੂਇਆ, ਕਿ ਵਾਪਸ ਮੁੜ ਆਓ। ਪਰਮੇਸ਼ਰ ਦੀਆਂ ਜਿਹੜੀਆਂ ਆਗਿਆਵਾਂ, ਪਰਮੇਸ਼ਰ ਜਿਹੜਾ ਤੁਹਾਨੂੰ ਅਭਿਸ਼ੇਕ, ਜਿਹੜਾ ਸਾਮਰਥ ਤੁਹਾਨੂੰ ਦੁਬਾਰਾ ਫਿਰ ਤੋਂ ਦੇਣਾ ਚਾਹੁੰਦਾ, ਤੁਹਾਡੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਉਹ ਰੋਸ਼ਨੀ, ਫਿਰ ਤੋਂ ਤੁਹਾਨੂੰ ਤਾਜ਼ਗੀ, ਫਿਰ ਤੋਂ ਉਹ ਤੁਹਾਨੂੰ ਆਸ਼ੀਸ਼ ਦੇਣਾ ਚਾਹੁੰਦਾ ਆ। ਤਾਂ ਕੀ ਹੋਇਆ, ਅਸੀਂ ਵਚਨ ਦੇ ਵਿੱਚੋਂ ਵੀ ਪੜਾਂਗੇ 34 ਅਧਿਆਏ ਉਸ ਦੇ ਵਿੱਚ 1 ਆਇਤ ਤੋਂ ਪੜਾਂਗੇ। फिर यहोवा ने मूसा से कहा, पहली तख्तियों के समान पत्थर की 2 और तख्तियां गढ़ ले। परमेश्वर कहना, पहली जिस तरह तू पत्थर ਦੀਆਂ 2 तख्तियां लिया सीगा, पत्थर 2 मेरे को लेके आया सीगा, उदां दे फेर 2 बना लै। मतलब जो काम परमेश्वर ने पहला उस नूं करने नूं कहा सीगा, ਉਹੀ करने नूं कहा आ। अगर तुसीं ਤੁਹਾਡੀ ਬਰਕਤ ਜਾ ਚੁੱਕੀ ਹੈ, ਤੁਹਾਡੀ ਅਗਰ ਆਸ਼ੀਸ਼ ਜਾ ਚੁੱਕੀ ਹੈ, ਜਿਸ ਤਰ੍ਹਾਂ ਤੁਸੀਂ ਪਹਿਲਾਂ ਆਸ਼ੀਸ਼ ਪ੍ਰਾਪਤ ਕੀਤੀ ਸੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਚੰਗਾਈ ਪ੍ਰਾਪਤ ਕੀਤੀ ਸੀ, ਉਹੀ ਸੇਮ ਫਾਰਮੂਲਾ ਆ ਕਿ ਤੁਸੀਂ ਕੀ ਕਰੋ, ਉਸੇ ਤਰ੍ਹਾਂ ਚੱਲੋ, ਉਸੇ ਤਰ੍ਹਾਂ ਤੁਸੀਂ ਆਸ਼ੀਸ਼ ਨੂੰ ਪ੍ਰਾਪਤ ਕਰੋਗੇ, ਦੂਸਰਾ ਫਾਰਮੂਲਾ ਨਹੀਂ। ਹਾਲੇਲੂਇਆ। ਅੱਜ ਇਨਸਾਨ ਕੀ ਕਰਦੇ ਆ, ਥਾਂ ਥਾਂ ਘੁੰਮਦੇ ਆ ਚੰਗਾਈ ਦੇ ਲਈ, ਆਸ਼ੀਸ਼ ਦੇ ਲਈ, ਬਲਕਿ ਉਹ ਜਿਹੜੇ ਆ ਪਰਮੇਸ਼ਰ ਦੀ ਆਗਿਆ ਨੂੰ ਵਾਪਸ ਨਹੀਂ ਮੁੜਦੇ ਹੈਗੇ, ਤਾਂ ਉਹ ਭਟਕਦੇ ਰਹਿੰਦੇ ਆ, ਭਟਕਦੇ ਰਹਿੰਦੇ ਆ, ਭਟਕਦੇ ਰਹਿੰਦੇ ਆ, ਉੱਥੇ ਭਟਕਦੇ ਭਟਕਦੇ ਇੱਕ ਦਿਨ ਖਤਮ ਹੋ ਜਾਂਦੇ ਆ। ਪਰਮੇਸ਼ਰ ਨੇ ਮੂਸਾ ਨੂੰ ਪਹਿਲੇ ਵਾਲੇ ਹੀ ਕੰਮ ਕਰਨ ਨੂੰ ਕਿਹਾ, ਜਦੋਂ ਉਹਨੇ ਉਸ ਜਿਹੜੀਆਂ ਨਿਯਮ ਸੀਗੇ, ਉਹ ਹੁਕਮ ਸੀਗੇ, ਗਵਾ ਲਏ। ਹਾਲੇਲੂਇਆ। ਕਿਉਂਕਿ ਉਹ ਨਿਯਮ ਨਹੀਂ ਸੀਗੇ, ਉਹ ਆਸ਼ੀਸ਼ਾਂ ਸੀਗੀਆਂ ਪਰਮੇਸ਼ਰ ਦੀਆਂ, ਕਿਉਂਕਿ ਜਿਹੜੀ ਪਰਮੇਸ਼ਰ ਸਾਨੂੰ ਆਗਿਆ ਦਿੰਦਾ ਉਸ ਦੇ ਵਿੱਚ ਆਸ਼ੀਸ਼ ਹੈ। ਹਾਲੇਲੂਇਆ। ਜਦੋਂ ਆਗਿਆਵਾਂ ਗਵਾਚ ਜਾਂਦੀਆਂ, ਜਦੋਂ ਆਗਿਆ ਨੂੰ ਬੰਦ ਕਰ ਦਿੰਦੇ ਆ ਅਸੀਂ ਪੂਰਾ ਕਰਨਾ, ਤਾਂ ਜਿਹੜੀਆਂ ਸਾਡੀਆਂ ਆਸ਼ੀਸ਼ਾਂ ਆ ਉਹ ਕੀ ਹੋ ਜਾਂਦੀਆਂ, ਰੁਕ ਜਾਂਦੀਆਂ ਆ। ਹਾਲੇਲੂਇਆ। ਤਾਂ ਕੀ ਹੋਇਆ, ਉਸਨੇ कहा, फिर यहोवा ने मूसा से कहा, पहली तख्तियों के समान पत्थर की 2 और तख्तियां गढ़ ले, तब जो वाचा उन पहली तख्तियों पर लिखी थी जिन्हें तूने तोड़ डाला। ਕਹਿੰਦਾ ਜਿਹੜੀਆਂ ਆਗਿਆਵਾਂ ਮੈਂ ਪਹਿਲੀਆਂ ਤਖਤੀਆਂ ਤੇ ਲਿਖੀਆਂ ਸੀਗੀਆਂ, ਜਿਨ੍ਹਾਂ ਨੂੰ ਤੂੰ ਤੋੜ ਦਿੱਤਾ ਆ, ਵੇ ਹੀ ਵਾਚਾ ਮੈਂ ਉਨ ਤਖਤੀਆਂ ਉੱਪਰ ਵੀ ਲਿਖੂੰਗਾ। ਕਹਿੰਦਾ ਮੈਂ ਉਹੀ ਵਾਚਾ ਜਿਹੜੀਆਂ ਹੁਣ ਤੂੰ ਤਖਤੀਆਂ ਲੈ ਕੇ ਆਊਂਗਾ ਉਹਨਾਂ ਪਰ ਲਿਖੂੰਗਾ। ਹਾਲੇਲੂਇਆ। ਵਾਚਾ ਲਿਖਣ ਦਾ ਮਤਲਬ ਕੀ ਹੈ, ਕਾਨੂੰਨ ਲਿਖਣ ਦਾ ਮਤਲਬ ਕੀ ਹੈ, ਕਿ ਆਸ਼ੀਸ਼। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰਦੇ ਹਾਂ, ਸਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਆਉਂਦੀ ਆ। ਆਮੀਨ। ਅਗਰ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ, ਤੁਹਾਨੂੰ ਫੇਰ ਪਹਿਲਾਂ ਦੀ ਤਰ੍ਹਾਂ ਕੀ ਕਰਨਾ ਪੈਣਾ, 2 ਤਖਤੀਆਂ ਲੈਣੀਆਂ ਪੈਣੀਆਂ। ਮਤਲਬ ਆਪਣਾ ਸਰੀਰਕ ਤੇ ਆਤਮਿਕ ਜੀਵਨ ਪਰਮੇਸ਼ਰ ਦੇ ਕੋਲ ਲੈ ਕੇ ਜਾਣਾ ਪੈਣਾ ਆ। ਹਾਲੇਲੂਇਆ। ਜਿਹੜੀਆਂ 2 ਤਖਤੀਆਂ, ਤੁਹਾਡਾ ਸਰੀਰ ਤੇ ਆਤਮਾ, ਤੁਹਾਡਾ ਮਨ ਜਿਹੜਾ ਆ ਉਹ ਪਰਮੇਸ਼ਰ ਦੇ ਨਜ਼ਦੀਕ ਜਾਏ। ਜਦੋਂ ਜਾਏਗਾ ਤਾਂ ਪਰਮੇਸ਼ਰ ਕੀ ਕਰੇਗਾ, ਪਹਿਲੇ ਦੀ ਤਰ੍ਹਾਂ ਤੁਹਾਨੂੰ ਬਲੈਸ ਕਰੇਗਾ। ਜਦੋਂ ਤੁਸੀਂ ਨਵੇਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਏ, ਪਰਮੇਸ਼ਰ ਨੇ ਬਲੈਸ ਕੀਤਾ। ਉਸ ਤੋਂ ਬਾਅਦ ਕੀ ਹੋਇਆ, ਪਰਮੇਸ਼ਰ ਨੇ ਆਗਿਆਵਾਂ ਦਿੱਤੀਆਂ, ਤੁਸੀਂ ਆਗਿਆਵਾਂ ਮੂਸਾ ਦੀ ਤਰ੍ਹਾਂ ਕੀ ਕਰ ਦਿੱਤਾ, ਤੋੜ ਦਿੱਤੀਆਂ। ਹਾਲੇਲੂਇਆ। ਜਦੋਂ ਤੋੜ ਦਿੱਤੀਆਂ, ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਆ ਜਾਂਦਾ, ਪ੍ਰੋਬਲਮ ਆ ਜਾਂਦੀਆਂ, ਸਮੱਸਿਆਵਾਂ ਆ ਜਾਂਦੀਆਂ। ਫਿਰ ਪਰਮੇਸ਼ਰ ਕੀ ਕਹਿੰਦਾ ਆ, ਤੂੰ ਪਹਿਲਾਂ ਦੀ ਤਰ੍ਹਾਂ ਕੀ ਕਰ, 2 ਤਖਤੀਆਂ ਲੈ, ਆਪਣਾ ਜੀਵਨ ਲੈ, ਆਪਣੀ ਆਤਮਾ ਲੈ, ਆਪਣਾ ਮਨ ਲੈ, ਆਪਣੀ ਤੂੰ ਪੂਰੇ ਮਨ ਦੇ ਨਾਲ ਮੇਰੇ ਵੱਲ ਮੁੜ। ਵਚਨ ਕਹਿੰਦਾ ਆ, ਤੁਸੀਂ ਮੇਰੇ ਵੱਲ ਮੁੜੋਗੇ ਤਾਂ ਮੈਂ ਤੁਹਾਡੇ ਵੱਲ ਮੁੜਾਂਗਾ। ਹਾਲੇਲੂਇਆ। ਜਦੋਂ ਤੁਸੀਂ ਆਪਣੇ ਆਪ ਨੂੰ ਤਿਆਰ ਕਰੋਗੇ, ਮੂਸਾ ਨੇ ਕੀ ਕੀਤਾ, ਤਖਤੀਆਂ ਨੂੰ ਤਿਆਰ ਕੀਤਾ, ਤਾਂ ਪਰਮੇਸ਼ਰ ਨੇ ਇੱਥੇ ਕਿਹਾ ਕੀ ਕਰ, तख्तियों पहली तख्तियों के समान पत्थर की 2 और तख्तियां गढ़ ले। मतलब तैयार कर ला। सानू तैयारी करन दी लोड़, आज मेरे भैन तो भरावो सानू तैयारी करन दी लोड़ है। परमेश्वर ने तैयारी नंबर 1 तैयारी करन दी लोड़ है, किहड़े साडा शरीर ते आत्मा। ਜਦੋਂ ਅਸੀਂ ਤਿਆਰੀ ਦੇ ਨਾਲ ਪਰਮੇਸ਼ਰ ਦੇ ਕੋਲ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਹਾਂ ਹੁਣ ਮੈਂ ਪਰਮੇਸ਼ਰ ਵੱਲ ਜਾਣਾ ਆ, ਕਿ ਮੇਰੀਆਂ ਜਿਹੜੀਆਂ ਪਹਿਲੀਆਂ ਆਸ਼ੀਸ਼ਾਂ ਸੀਗੀਆਂ, ਜਿਸ ਦੇ ਕਾਰਨ ਮੇਰੀਆਂ ਗਲਤੀਆਂ ਦੇ ਕਾਰਨ ਉਹ ਆਸ਼ੀਸ਼ਾਂ ਰੁਕ ਗਈਆਂ, ਜਾਂ ਪ੍ਰੋਬਲਮਸ ਆ ਗਈ ਮੇਰੀ ਜ਼ਿੰਦਗੀ ਦੇ ਵਿੱਚ, ਜਾਂ ਮੇਰੀ ਆਤਮਿਕ ਜੀਵਨ ਦੇ ਵਿੱਚ, ਜਾਂ ਮੇਰੇ ਜੀਵਨ ਦੇ ਵਿੱਚ ਬਿਮਾਰੀ ਮੁੜ ਆਈ ਆ, ਜਾਂ ਮੇਰੇ ਘਰ ਦੇ ਵਿੱਚ ਸਮੱਸਿਆ ਉਹੀ ਪਹਿਲੇ ਵਾਲੀਆਂ ਆ ਰਹੀਆਂ, ਉਹ ਕਿਸੇ ਇਨਸਾਨ ਦੇ ਕਾਰਨ ਨਹੀਂ ਆਉਂਦੀਆਂ। ਦੂਸਰੇ ਉੱਤੇ ਆਪਣਾ ਦੋਸ਼ ਨਾ ਲਾਓ।
ਕਿ ਕਿਸੇ ਇਨਸਾਨ ਦੇ ਕਾਰਨ ਆਇਆ, ਜਾਂ ਹੋ ਸਕਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਏ ਕਿ ਹਾਂ ਜੀ ਮੈਂ ਤਾਂ ਪਰਮੇਸ਼ਰ ਦੇ ਪਿੱਛੇ ਚੱਲਦਾ ਸੀਗਾ, ਪਤਾ ਨਹੀਂ ਕੀ ਗੱਲ ਹੋ ਗਈ, ਮੈਂ ਚੱਲਦਾ ਚੱਲਦਾ ਪ੍ਰੋਬਲਮ ਕਿਉਂ ਆਈਆਂ। ਕਿਸੇ ਇਨਸਾਨ ਦੇ ਕਾਰਨ ਨਹੀਂ ਆਈਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ, ਕਿਉਂਕਿ ਤੁਸੀਂ ਪਰਮੇਸ਼ਰ ਦੀਆਂ ਜਿਹੜੀਆਂ ਪਰਮੇਸ਼ਰ ਨੇ ਆਗਿਆਵਾਂ ਦਿੱਤੀਆਂ ਸੀਗੀਆਂ ਤੋੜ ਦਿੱਤੀਆਂ। ਅਗਰ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ, ਤੁਹਾਨੂੰ 2 ਤਖਤੀਆਂ ਘੜਨੀਆਂ ਪੈਣੀਆਂ ਆ। 2 ਤਖਤੀਆਂ ਤੁਹਾਨੂੰ ਤਿਆਰ ਹੋਣਾ ਪੈਣਾ। ਨੰਬਰ 1 ਪੁਆਇੰਟ, ਹਾਲੇਲੂਇਆ। ਬਹੁਤ ਸਾਰੇ ਇਸ ਵਚਨ ਦੇ ਵਿੱਚੋਂ ਪੁਆਇੰਟ ਆ, ਅਸੀਂ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਜਾਵਾਂਗੇ। ਨੰਬਰ 1 ਪਹਿਲਾ ਪੁਆਇੰਟ ਮੈਂ ਤੁਹਾਨੂੰ ਦੇਣਾ ਚਾਹੁੰਦਾ, ਤੁਹਾਨੂੰ ਫਿਰ ਤੋਂ ਕੀ ਕਰਨਾ ਪਏਗਾ, ਤੁਹਾਨੂੰ ਤਖਤੀਆਂ ਨੂੰ ਘੜਨਾ ਪਏਗਾ। ਆਪਣੇ ਸਰੀਰ ਨੂੰ, ਆਪਣੀ ਆਤਮਾ ਨੂੰ, ਆਪਣੇ ਮਨ ਨੂੰ ਸਮਝਾਉਣਾ ਪਏਗਾ। ਤੁਹਾਨੂੰ ਪਰਮੇਸ਼ਰ ਵੱਲ ਮੁੜਨ ਦਾ ਦ੍ਰਿੜ ਫੈਸਲਾ ਕਰਨਾ ਪਏਗਾ। ਹਾਲੇਲੂਇਆ। ਜਦੋਂ ਤੁਸੀਂ ਦ੍ਰਿੜ ਫੈਸਲਾ ਕਰੋਗੇ ਪਰਮੇਸ਼ਰ ਵੱਲ ਮੁੜਨ ਦਾ, ਤਾਂ ਪਰਮੇਸ਼ਰ ਵੀ ਮੁੜੇਗਾ ਤੁਹਾਡੇ ਵੱਲ। ਹਾਲੇਲੂਇਆ। ਵਚਨ ਕਹਿੰਦਾ ਤੁਸੀਂ ਪਰਮੇਸ਼ਰ ਦੇ ਨਜ਼ਦੀਕ ਆਓ ਤਾਂ ਪਰਮੇਸ਼ਰ ਤੁਹਾਡੇ ਨਜ਼ਦੀਕ ਆਏਗਾ। ਹਾਲੇਲੂਇਆ। ਬਾਈਬਲ ਕਹਿੰਦੀ ਆ ਮਸੀਹ ਦੇ ਵਿੱਚ ਕੀਤੀ ਹੋਈ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਜਦੋਂ ਤੁਸੀਂ ਮਿਹਨਤ ਕਰੋਗੇ ਕਿ ਹਾਂ ਮੈਂ ਪਰਮੇਸ਼ਰ ਦੇ ਪਿੱਛੇ ਚੱਲਣਾ ਆ, ਜਿਸ ਤਰ੍ਹਾਂ ਮੈਂ ਆਰੰਭ ਦੇ ਵਿੱਚ ਆਇਆ ਸੀਗਾ ਪਰਮੇਸ਼ਰ ਦੇ ਕੋਲ, ਜਦੋਂ ਤੁਸੀਂ ਨਵੇਂ ਮਸੀਹ ਦੇ ਵਿੱਚ ਆਏ ਸੀਗੇ, ਯਾਦ ਕਰਨਾ ਕਿਸ ਤਰ੍ਹਾਂ ਪਰਮੇਸ਼ਰ ਨੇ ਤੁਹਾਨੂੰ ਆਸ਼ੀਸ਼ ਦਿੱਤੀ ਹੈ। ਪਰਮੇਸ਼ਰ ਸੇਮ ਉਸੇ ਤਰ੍ਹਾਂ ਤੁਹਾਨੂੰ ਆਸ਼ੀਸ਼ ਦੇਣਾ ਚਾਹੁੰਦਾ ਆ, ਤੇ ਤਿਆਰੀ ਕਰਨੀ ਹੈ ਸਭ ਤੋਂ ਪਹਿਲਾਂ। हालेलुया। पहली तख्तियों के समान पत्थर की 2 और तख्तियां गढ़ ले, तब जो वाचा उन पहली तख्तियों पर लिखी थी जिन्हें तूने तोड़ डाला, वे ही वाचा मैं उन तख्तियों पर भी लिखूंगा। परमेश्वर कहता ਜਿਹੜੀਆਂ मैं तख्तियां ਤੇ वाचा पहले लिखी ਸੀ, ਜਿਹੜੀਆਂ ਆਸ਼ੀਸ਼ਾਂ ਤੈਨੂੰ ਮੈਂ ਪਹਿਲਾਂ ਦਿੱਤੀਆਂ ਸੀਗੀਆਂ, ਉਹੀ ਆਸ਼ੀਸ਼ਾਂ ਫੇਰ ਮੈਂ ਤੈਨੂੰ ਦੇ ਦੇਵਾਂਗਾ। ਆਮੀਨ, ਹਾਲੇਲੂਇਆ। परमेश्वर ਉਹੀ ਆਸ਼ੀਸ਼ ਦੇਣਾ ਚਾਹੁੰਦਾ ਤੁਹਾਨੂੰ, ਉਹੀ ਬਰਕਤ ਦੇਣਾ ਚਾਹੁੰਦਾ ਆ, ਉਹੀ ਪਰਮੇਸ਼ਰ ਸਾਰਾ ਕੁਝ ਦੇਣਾ ਚਾਹੁੰਦਾ ਆ। ਅਗਰ ਤੁਸੀਂ ਲੈਣ ਦੇ ਲਈ ਤਿਆਰ ਆ, ਪਰਮੇਸ਼ਰ ਦੇਣ ਦੇ ਲਈ ਤਿਆਰ ਆ। ਜਦੋਂ ਪਰਮੇਸ਼ਰ ਮੂਸਾ ਨੂੰ ਦੁਆਰਾ ਤਖਤੀਆਂ ਫੱਟੀਆਂ ਉੱਤੇ ਦੇ ਸਕਦਾ, ਪਰਮੇਸ਼ਰ ਨੇ ਮੈਨੂੰ ਭੇਜ ਦਿੱਤੇ ਆ। ਇਸ ਦੇ ਵਿੱਚ ਬਹੁਤ ਸਾਰੇ ਭੇਦ ਛਿਪੇ ਹੋਏ ਆ। ਇਹ ਮੈਂ ਸਿਰਫ ਇੱਕ ਜੋ ਇੰਟਰਨੈਟ ਦੇ ਉੱਤੇ ਵੀਡੀਓ ਜ਼ਿਆਦਾ ਲੰਬੀ ਨਹੀਂ ਮੈਂ ਪੈਂਦੀ ਨੈਟਵਰਕ ਦੇ ਕਾਰਨ, ਇਸ ਕਰਕੇ ਮੈਂ ਤੁਹਾਨੂੰ ਸਿਰਫ ਇੰਨਾ ਕੁ ਹੀ ਦੱਸ ਰਿਹਾ। ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਦੇ ਵਿੱਚੋਂ ਬਹੁਤ ਸਾਰੇ ਪਰਮੇਸ਼ਰ ਨੇ ਮੈਨੂੰ ਭੇਦ ਦਿੱਤੇ ਆ, ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਅਗਰ ਤੁਸੀਂ ਬਲੈਸ ਹੋਣਾ ਚਾਹੁੰਦੇ ਆ ਤਾਂ ਤੁਹਾਡਾ ਇੱਕ ਪਹਿਲਾ ਨੰਬਰ ਕੰਮ ਹੈ ਕਿ ਤੁਹਾਨੂੰ ਜਿਹੜੇ ਆਪਣੇ ਸਰੀਰ ਨੂੰ, ਆਪਣੀ ਆਤਮਾ ਨੂੰ, ਇਹ ਤੁਹਾਡੀ ਤਖਤੀ ਆ। ਪਰਮੇਸ਼ਰ ਦਾ ਵਚਨ, ਬਾਈਬਲ ਕਹਿੰਦੀ ਆ, ਦਾਊਦ ਕਹਿੰਦਾ ਮੈਂ ਪਰਮੇਸ਼ਰ ਦੇ ਵਚਨ ਨੂੰ ਕਿੱਥੇ ਰੱਖਿਆ ਆ, ਆਪਣੇ ਦਿਲ ਦੇ ਵਿੱਚ ਕਹਿੰਦਾ ਸੰਭਾਲ ਕੇ ਰੱਖਿਆ, ਆਪਣੇ ਮਨ ਦੇ ਵਿੱਚ ਸੰਭਾਲ ਕੇ ਰੱਖਿਆ। ਹਾਲੇਲੂਇਆ। ਜਿਹੜਾ ਇਹ ਪਰਮੇਸ਼ਰ ਦਾ ਵਚਨ ਹੈ, ਇਹ ਸਾਡੇ ਸਰੀਰ ਦੇ ਲਈ ਆ। ਆਮੀਨ। ਇਹ ਤਖਤੀਆਂ ਆ ਸਾਡੇ ਜਿਉਂਦੀਆਂ ਜਾਗਦੀਆਂ। ਤੁਸੀਂ ਪਰਮੇਸ਼ਰ ਦੀਆਂ ਤਖਤੀਆਂ, ਪਰਮੇਸ਼ਰ ਤੁਹਾਡੇ ਉੱਤੇ ਆਪਣੀਆਂ ਕੀ ਲਿਖਣਾ ਚਾਹੁੰਦਾ ਆ, ਵਚਨਾਂ ਨੂੰ ਤੁਹਾਡੇ ਦਿਲ ਦੇ ਅੰਦਰ ਆਪਣੀਆਂ ਆਗਿਆਵਾਂ ਨੂੰ ਪਾਉਣਾ ਚਾਹੁੰਦਾ ਆ। ਹਾਲੇਲੂਇਆ। ਨੰਬਰ 1 ਇਹ ਤਿਆਰੀ ਕਰਨੀ ਕਿ ਆਪਣੇ ਆਪ ਨੂੰ ਤਿਆਰ ਕਰਨਾ ਪਰਮੇਸ਼ਰ ਦੇ ਲਈ। ਜਦੋਂ ਤੁਸੀਂ ਆਪਣੇ ਆਪ ਨੂੰ ਤਿਆਰ ਕਰੋਗੇ, ਪਰਮੇਸ਼ਰ ਸੇਮ ਆਗਿਆਵਾਂ ਜੋ ਮੂਸਾ ਜਦੋਂ ਦੁਆਰਾ ਗਿਆ ਉਸ ਪਰਬਤ ਉੱਤੇ, ਪਰਮੇਸ਼ਰ ਨੇ ਸੇਮ ਉਹੀ ਆਗਿਆਵਾਂ ਕੀ ਕੀਤਾ, ਉਹਨਾਂ ਪੱਥਰ ਦੀਆਂ ਫੱਟੀਆਂ ਉੱਤੇ ਲਿਖੀਆਂ। ਜਦੋਂ ਤੁਸੀਂ ਫੇਰ ਪਰਮੇਸ਼ਰ ਦੇ ਕੋਲ ਆਉਂਗੇ, ਮੁੜ ਆਉਂਗੇ ਉਸੇ ਤਰੀਕੇ ਦੇ ਨਾਲ, ਉਸੇ ਹੀ ਚੀਜ਼ ਦੇ ਨਾਲ, ਉਸੇ ਮਨ ਦੇ ਨਾਲ, ਹਾਲੇਲੂਇਆ, ਤਾਂ ਪਰਮੇਸ਼ਰ ਫੇਰ ਤੁਹਾਨੂੰ ਬਲੈਸ ਕਰੇਗਾ। ਹਾਲੇਲੂਇਆ। ਉਹ ਪਰਮੇਸ਼ਰ ਆਪਣੇ ਚਮਤਕਾਰਾਂ ਨੂੰ ਬਾਰ-ਬਾਰ ਰਿਪੀਟ ਕਰਦਾ ਰਹਿੰਦਾ ਆ। ਹਾਲੇਲੂਇਆ। ਸੋ ਮੇਰੇ ਭੈਣ ਤੋਂ ਭਰਾਵੋ, ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਕੋਈ ਵੀ ਆਸ਼ੀਸ਼ ਗਵਾਚੀ ਆ ਤਾਂ ਆਪਣੇ ਆਪ ਨੂੰ ਤਿਆਰ ਕਰੀਏ ਅੱਜ। ਹਾਲੇਲੂਇਆ। ਅਗਰ ਤੁਸੀਂ ਤਿਆਰ ਕਰ ਲਓਗੇ, ਇਸ ਤੋਂ ਬਾਅਦ ਫਿਰ ਕੀ ਕਰਨਾ ਪੈਣਾ ਆ, ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਜਦੋਂ ਅਸੀਂ ਆਪਣੇ ਆਪ ਨੂੰ ਤਿਆਰ ਕਰਾਂਗੇ, ਪਰਮੇਸ਼ਰ ਡੈਫੀਨੇਟਲੀ ਆ, ਉਹ ਪੱਕਾ ਆ, ਉਹ ਸਾਨੂੰ ਫਿਰ ਤੋਂ ਬਲੈਸ ਕਰੇਗਾ, ਫਿਰ ਤੋਂ ਆਸ਼ੀਸ਼ ਦੇਗਾ। ਆਮੀਨ। ਅੱਜ ਅਸੀਂ ਦੇਖਣਾ ਹੈ ਕਿ ਸਾਡੀ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਪਰਮੇਸ਼ਰ ਕਿਸ ਤਰ੍ਹਾਂ ਸਾਨੂੰ ਬਲੈਸ ਕਰਨਾ ਚਾਹੁੰਦਾ ਆ, ਕਿਸ ਤਰ੍ਹਾਂ ਸਾਨੂੰ ਅੱਗੇ ਵਧਾਉਣਾ ਚਾਹੁੰਦਾ ਆ। ਇਸ ਲਈ ਸਭ ਤੋਂ ਪਹਿਲਾਂ ਇਹੀ ਆ ਮੇਰਾ ਛੋਟਾ ਜਿਹਾ ਅੱਜ ਦਾ ਮੈਸੇਜ ਕਿ ਸਾਨੂੰ ਆਪਣੇ ਆਪ ਨੂੰ, ਤਖਤੀਆਂ ਨੂੰ ਤਿਆਰ ਕਰਨਾ, ਆਪਣੇ ਸਰੀਰ ਨੂੰ, ਆਪਣੀ ਆਤਮਾ ਨੂੰ ਤਿਆਰ ਕਰੀਏ ਕਿ ਪਰਮੇਸ਼ਰ ਕੀ ਕਰੇ, ਪਹਿਲਾਂ ਦੀ ਤਰ੍ਹਾਂ। ਇਸ ਪਰਮੇਸ਼ਰ ਨੇ ਇੱਥੇ ਲਿਖਿਆ, ਕਹਿੰਦਾ ਜਿन्हें तू तोड़ डाला है, ठीक है, उन पर फिर से क्या लिखूंगा। ਕਹਿੰਦਾ ਜਿਸ ਤਰ੍ਹਾਂ ਪਹਿਲਾਂ ਲਿਖਿਆ ਨਾ, ਉੱਦਾਂ ਹੀ ਮੈਂ ਹੁਣ ਲਿਖੂੰਗਾ। ਜਿੱਦਾਂ ਪਹਿਲਾਂ ਤੈਨੂੰ ਬਲੈਸ ਕੀਤਾ, ਉੱਦਾਂ ਹੀ ਮੈਂ ਬਲੈਸ ਕਰੂੰਗਾ। ਕੀ ਕਰਨਾ ਪੈਣਾ ਤੈਨੂੰ? ਕੀ ਕਰਨਾ ਪੈਣਾ ਆ? ਤਿਆਰ ਹੋਣਾ ਪੈਣਾ ਆ। ਹਾਲੇਲੂਇਆ। ਤਿਆਰ ਕਰ, ਆਪਣੀ ਤਿਆਰੀ ਕਰਨੀ ਆ। ਅਸੀਂ ਜਦੋਂ ਅਸੀਂ ਤਿਆਰੀ ਕਰਾਂਗੇ, ਪਰਮੇਸ਼ਰ ਵੀ ਸਾਡੇ ਲਈ ਫਿਰ ਤਿਆਰ ਹੈ। ਆਮੀਨ। ਜਦੋਂ ਅਸੀਂ ਪੂਰੇ ਮਨ ਦੇ ਨਾਲ, ਪੂਰੇ ਜੀਵਨ ਦੇ ਨਾਲ, ਅੰਦਰੋਂ ਦਿਲ ਤੋਂ ਸਾਰਾ ਕੁਝ ਫਿਰ ਤੋਂ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਬਲੈਸ ਹੋਵਾਂਗੇ। ਹਾਲੇਲੂਇਆ। ਸਰੀਰ ਦੇ ਵਿੱਚ ਵੀ, ਆਤਮਾ ਦੇ ਵਿੱਚ ਵੀ, ਫਾਈਨੈਂਸ ਦੇ ਵਿੱਚ ਵੀ, ਕਿਉਂਕਿ
ਹਰੇਕ ਜਦੋਂ ਕੋਈ ਨਾ ਕੋਈ ਇਨਸਾਨ ਨੂੰ ਪ੍ਰੋਬਲਮ ਆਉਂਦੀ ਆ, ਉਸਦੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਹੁੰਦੀ ਆ। ਜੀਵਨ ਦੇ ਵਿੱਚ ਹੋਵੇ, ਆਤਮਾ ਦੇ ਵਿੱਚ ਹੋ ਸਕਦਾ, ਸਰੀਰ ਦੇ ਵਿੱਚ ਹੋ ਸਕਦਾ, ਕਿਤੇ ਨਾ ਕਿਤੇ ਕੋਈ ਨਾ ਕੋਈ ਸਮੱਸਿਆ ਆਉਂਦੀ ਆ। ਅਗਰ ਅਸੀਂ ਗਰੀਬ ਆ ਤਾਂ ਵੀ ਕਿਤੇ ਨਾ ਕਿਤੇ ਸਮੱਸਿਆ ਆ। ਇਸ ਦਾ ਮਤਲਬ ਪਰਮੇਸ਼ਰ ਦੇ ਵਚਨ ਜਿੰਨੇ ਵੀ, ਅਗਰ ਗਰੀਬ ਦੇ, ਕਿਉਂਕਿ ਪ੍ਰਭੂ ਯੀਸ਼ੂ ਮਸੀਹ ਕਹਿੰਦਾ ਮੈਂ ਤੁਹਾਡੀ ਗਰੀਬੀ ਨੂੰ ਲੈ ਚੁੱਕਾ ਆ। ਅਗਰ ਤੁਸੀਂ ਗਰੀਬ ਹੈ, ਯੀਸ਼ੂ ਮਸੀਹ ਦੇ ਵਿੱਚ ਆ ਕੇ ਤੁਹਾਨੂੰ 10 ਸਾਲ 20 ਸਾਲ ਹੋ ਗਏ, ਕਾਫੀ ਸਮਾਂ ਹੋ ਗਿਆ, ਹਜੇ ਵੀ ਤੁਸੀਂ ਗਰੀਬ ਆ, ਯੀਸ਼ੂ ਮਸੀਹ ਨੇ ਤੁਹਾਨੂੰ ਗਰੀਬ ਕਰਨ ਦੇ ਲਈ ਨਹੀਂ ਚੁਣਿਆ, ਉਹਨੇ ਤੁਹਾਨੂੰ ਅਮੀਰ ਕਰਨ ਦੇ ਲਈ ਚੁਣਿਆ। ਕਹਿੰਦਾ ਮੈਂ ਗਰੀਬ ਹੋਇਆ ਕਿ ਤੁਸੀਂ ਅਮੀਰ ਹੋ ਸਕੋ। ਹਾਲੇਲੂਇਆ। ਪਰਮੇਸ਼ਰ ਸਾਨੂੰ ਬਲੈਸ ਕਰਨਾ ਚਾਹੁੰਦਾ। ਕਹਿੰਦਾ ਮੈਂ ਤੁਹਾਡੇ ਲਈ ਮਾਰ ਖਾਧੀ ਆ, ਮੇਰੀ ਮਾਰ ਖਾਣ ਦੇ ਨਾਲ, ਮੇਰੇ ਕੋੜੇ ਖਾਣ ਦੇ ਨਾਲ ਤੁਸੀਂ ਚੰਗੇ ਹੋਏ ਆ। ਅਗਰ ਯੀਸ਼ੂ ਮਸੀਹ ਦੇ ਵਿੱਚ ਆ ਕੇ ਹਜੇ ਵੀ ਤੁਸੀਂ ਬਿਮਾਰ ਹੈ, ਗਰੀਬ ਹੈ, ਜਾਂ ਹਜੇ ਵੀ ਤੁਹਾਡੀਆਂ ਬਿਮਾਰੀਆਂ ਨਹੀਂ ਜਾ ਰਹੀਆਂ, ਇਹਦਾ ਮਤਲਬ ਤੁਸੀਂ ਕਿਤੇ ਨਾ ਕਿਤੇ ਤੁਹਾਡੇ ਜੀਵਨ ਦੇ ਵਿੱਚ ਪ੍ਰੋਬਲਮ ਹੈ। ਬੇਸ਼ੱਕ ਤੁਸੀਂ ਕਿਸੇ ਵੀ ਚਰਚ ਦੇ ਵਿੱਚ ਜਾਂਦੇ ਆ, ਕਿਤੇ ਵੀ ਜਾਂਦੇ ਆ, ਦੁਨੀਆ ਦੇ ਕਿਸੇ ਵੀ ਸੰਸਾਰ ਦੇ ਵਿੱਚ ਜਾਂਦੇ ਆ, ਤੁਹਾਡੇ ਜੀਵਨ ਦੇ ਵਿੱਚ ਪ੍ਰੋਬਲਮ ਹੈ। ਜਾਂ ਤਾਂ ਤੁਹਾਨੂੰ ਪ੍ਰੋਬਲਮ ਨਹੀਂ ਪਤਾ, ਜਾਂ ਉਹਨਾਂ ਨੂੰ ਹੱਲ ਕਰਨ ਦਾ ਤੁਹਾਨੂੰ ਢੰਗ ਨਹੀਂ ਪਤਾ, ਜਾਂ ਤੁਹਾਨੂੰ ਦੱਸਿਆ ਨਹੀਂ ਜਾ ਰਿਹਾ, ਜਾਂ ਮੈਨੂੰ ਨਹੀਂ ਪਤਾ ਕੀ ਤੁਹਾਡੇ ਜੀਵਨ ਦੇ ਵਿੱਚ ਪ੍ਰੋਬਲਮ ਆ। ਅਗਰ ਕਿਹੋ ਜਿਹੀ ਵੀ ਤੁਹਾਡੀ ਪ੍ਰੋਬਲਮ ਹੈ, ਕਿਹੋ ਜਿਹੀ ਵੀ ਸਮੱਸਿਆ, ਅਗਰ ਤੁਸੀਂ ਕਿਤੇ ਵੀ ਆ ਇਸ ਮੈਸੇਜ ਨੂੰ ਸੁਣ ਰਹੇ ਆ, ਤੁਹਾਨੂੰ ਇਹ ਇੱਕ ਪੁਆਇੰਟ ਦਿੱਤਾ, ਅੱਗੇ ਮੈਂ ਹੋਰ ਵੀ ਪੁਆਇੰਟ ਦਵਾਂਗਾ। ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਲਗਾਤਾਰ ਤੁਹਾਨੂੰ ਪੁਆਇੰਟ ਦਿੰਦਾ ਜਾਵਾਂਗਾ। ਇਹ ਪਹਿਲਾ ਪੁਆਇੰਟ ਇੱਕ ਸਿਰਫ ਮੈਂ ਦੇ ਰਿਹਾ ਆ ਕਿ ਤੁਸੀਂ ਕੀ ਕਰਨਾ ਆ, ਪਹਿਲੇ ਦੀ ਤਰ੍ਹਾਂ ਇੱਕ ਦਿਲ ਤੋਂ ਪਰਮੇਸ਼ਰ ਦੇ ਨਜ਼ਦੀਕ ਆਉਣਾ, ਆਪਣੇ ਆਪ ਨੂੰ ਤਿਆਰ ਕਰਨਾ, ਆਪਣੇ ਸਰੀਰ ਨੂੰ ਵੀ, ਆਪਣੀ ਆਤਮਾ ਨੂੰ ਦ੍ਰਿੜ ਇਰਾਦਾ ਕਰਨਾ। ਆਪਣੇ ਆਪ ਨੂੰ ਤਿਆਰ ਕਰਨ ਦਾ ਮਤਲਬ ਕੀ ਆ? ਇੱਕ ਮੈਂ ਤੁਹਾਨੂੰ ਗਵਾਹੀ ਦੱਸਾਂਗਾ। ਇੱਕ ਇਨਸਾਨ ਸੀਗਾ, ਪਤੀ ਪਤਨੀ ਸੀਗੇ, ਉਹ ਚਰਚ ਦੇ ਵਿੱਚ ਆਏ ਮੇਰੇ ਕੋਲ, ਜੋ ਪਿਛਲੇ ਸਾਲ ਲੋਕਡਾਊਨ 2020 ਦੇ ਵਿੱਚ ਹੋਇਆ ਸੀਗਾ। ਉਸ ਤੋਂ ਪਹਿਲਾਂ ਉਹ ਪ੍ਰਭੂ ਦੇ ਵਿੱਚ ਆਏ ਸੀਗੇ। ਜਦੋਂ ਪ੍ਰਭੂ ਦੇ ਵਿੱਚ ਆਏ ਤਾਂ ਉਸ ਭੈਣ ਨੂੰ ਦੁਸ਼ਟ ਆਤਮਾ ਸੀਗੀਆਂ, ਉਹ ਠੀਕ ਹੋ ਗਏ, ਪ੍ਰੇਅਰ ਕੀਤੀ, ਠੀਕ ਹੋ ਗਏ। ਉਹਨਾਂ ਦੀ ਬੇਟੀ ਨੂੰ ਵੀ ਪ੍ਰੋਬਲਮ ਸੀਗੀ, ਠੀਕ ਹੋ ਗਏ, ਉਹਨਾਂ ਨੂੰ ਪ੍ਰੇਅਰ ਕੀਤੀ। ਉਹਨਾਂ ਦੇ ਇਨਫੈਕਸ਼ਨ ਸੀਗੀ ਨੋਜ਼ ਦੇ ਵਿੱਚ, ਕਾਫੀ ਦਵਾਈਆਂ ਖਾਧੀਆਂ ਅਤੇ ਕਾਫੀ ਉਸਦੇ ਸਰੀਰ ਉੱਤੇ ਭੈਣ ਦੇ ਦਾਗ ਪੈਂਦੇ ਸੀਗੇ। ਮਤਲਬ ਉਹਨਾਂ ਦੀ ਬੇਟੀ ਅਤੇ ਖੁਦ ਵੀ ਉਹ ਕੀ ਸੀਗੇ, ਬਿਮਾਰ ਸੀਗੇ, ਪ੍ਰੋਬਲਮ ਦੇ ਸੀ। ਦੋਨਾਂ ਨੇ ਪ੍ਰਾਰਥਨਾ ਕੀਤੀ, ਪਰਮੇਸ਼ਰ ਨੇ ਉਹਨਾਂ ਨੂੰ ਹੀਲ ਕਰਤਾ, ਚੰਗਾ ਕਰਤਾ। ਉਹਨਾਂ ਦਾ ਕੰਮਕਾਰ ਵੀ ਸਹੀ ਨਹੀਂ ਸੀਗਾ, ਦੁਆ ਕੀਤੀ, ਪਰਮੇਸ਼ਰ ਨੇ ਉਹਨਾਂ ਦੇ ਕੰਮਕਾਰ ਦੇ ਵਿੱਚ ਵੀ ਆਸ਼ੀਸ਼ ਦਿੱਤੀ ਆ। ਤਾਂ ਕੀ ਹੋਇਆ, ਉਹ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਸਹੀ ਹੋ ਗਿਆ, ਫਿਰ ਉਹ ਕਦੇ ਕਦੇ ਚਰਚ ਦੇ ਵਿੱਚ ਆਉਂਦੇ ਹੁੰਦੇ ਸੀ, ਕਦੇ ਕਦੇ। ਫਿਰ ਲੋਕਡਾਊਨ ਹੋ ਗਿਆ, ਲੋਕਡਾਊਨ ਦੇ ਬਾਅਦ ਫਿਰ ਜਦੋਂ ਲੋਕਡਾਊਨ ਓਪਨ ਹੋਇਆ, ਉਸ ਤੋਂ ਬਾਅਦ ਉਹ ਫਿਰ ਕਦੇ ਕਦੇ ਆਉਂਦੇ ਸੀਗੇ। ਤਾਂ ਕੀ ਹੋਇਆ, ਜਦੋਂ ਮਤਲਬ ਆਉਂਦੇ ਨੂੰ ਕਾਫੀ ਸਮਾਂ ਹੋ ਚੁੱਕਾ ਸੀਗਾ, ਮਤਲਬ ਪਰਮੇਸ਼ਰ ਦੇ ਪਿੱਛੇ ਨਹੀਂ ਚੱਲੇ ਸੀਗੇ। ਅਤੇ ਮੈਂ ਜੋ ਪਰਮੇਸ਼ਰ ਦੀਆਂ ਆਗਿਆਵਾਂ ਦਿੱਤੀਆਂ ਸੀਗੀਆਂ ਉਹਨਾਂ ਨੂੰ, ਅਤੇ ਅਗਰ ਤੁਸੀਂ ਬਲੈਸਿੰਗ ਹੋਣਾ ਚਾਹੁੰਦੇ ਆ, ਮੈਂ ਤੁਹਾਨੂੰ ਦੱਸਦਾ ਕਿਸ ਤਰ੍ਹਾਂ ਤੁਸੀਂ ਬਲੈਸ ਹੋਣਾ। ਮੈਂ ਉਹਨਾਂ ਨੂੰ ਵਚਨ ਬਾਈਬਲ ਦੇ ਵਿੱਚੋਂ ਪੜ੍ਹਾਇਆ, ਦੱਸਿਆ ਕਿ ਆਹ ਤੁਸੀਂ ਆਗਿਆਵਾਂ ਪੂਰੀਆਂ ਕਰਨੀਆਂ। ਤਾਂ ਕੀ ਹੋਇਆ, ਜਦੋਂ ਉਹਨਾਂ ਨੇ ਆਗਿਆਵਾਂ ਪੂਰੀਆਂ ਨਹੀਂ ਕੀਤੀਆਂ, ਉਹ ਸਿਰਫ ਉਹਨਾਂ ਨੂੰ ਚੰਗਾਈ ਤੱਕ ਮਤਲਬ ਸੀਗਾ ਜਾਂ ਕਿੱਦਾਂ ਸੀਗਾ ਮੈਂ ਨਹੀਂ ਜਾਣਦਾ। ਤਾਂ ਕੀ ਹੋਇਆ, ਜਦੋਂ ਉਹ ਵਾਪਸ ਕਦੇ ਕਦੇ ਆਉਂਦੇ ਹੁੰਦੇ ਸੀਗੇ ਪ੍ਰਭੂ ਦੇ ਵਿੱਚ, ਜਦੋਂ ਪ੍ਰਭੂ ਤੋਂ ਥੋੜ੍ਹਾ ਦੂਰ ਹੋ ਗਏ, ਪਰਮੇਸ਼ਰ ਨਾਲ ਸਮਾਂ ਨਹੀਂ ਬਿਤਾਇਆ, ਉਹਨਾਂ ਨੇ ਆਗਿਆਵਾਂ ਨਹੀਂ ਮੰਨੀਆਂ, ਆਗਿਆਵਾਂ ਤੋੜ ਦਿੱਤੀਆਂ, ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਹੋ ਗਿਆ, ਉਹੀ ਬਿਮਾਰੀਆਂ ਮੁੜ ਆਈਆਂ। ਉਹੀ ਸੇਮ ਬਿਮਾਰੀ ਉਹਨਾਂ ਦੀ ਬੇਟੀ ਦੀ ਜ਼ਿੰਦਗੀ ਦੇ ਵਿੱਚ ਮੁੜ ਆਈ। ਤਾਂ ਉਹੀ ਸੇਮ ਬਿਮਾਰੀਆਂ ਉਸ ਭੈਣ ਦੀ ਜ਼ਿੰਦਗੀ ਦੇ ਵਿੱਚ ਮੁੜ ਆਈਆਂ। ਉਹੀ ਸੇਮ ਪ੍ਰੋਬਲਮ ਉਹਨਾਂ ਦੇ ਕੰਮ ਦੇ ਵਿੱਚ ਵੀ, ਕੰਮ ਵੀ ਬੰਦ ਹੋ ਗਏ। ਤਾਂ ਫਿਰ ਮੇਰੇ ਕੋਲ ਜਦੋਂ ਮੇਰੇ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਮੈਂ ਇੱਕ ਗੱਲ ਕਿਹਾ, ਮੈਂ ਤੁਸੀਂ ਕੀ ਕਰਨਾ ਚਾਹੁੰਦੇ ਆ? ਮੈਂ ਉਹਨਾਂ ਨੂੰ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ, ਮੈਂ ਕਿਹਾ ਤੁਸੀਂ ਕੀ ਕਰਨਾ ਚਾਹੁੰਦੇ ਹੋ, ਪਹਿਲਾਂ ਡਿਸਾਈਡ ਕਰੋ। ਮੈਂ ਕਿਹਾ ਤੁਸੀਂ ਪ੍ਰਭੂ ਪਿੱਛੇ ਚੱਲਣਾ ਜਾਂ ਨਹੀਂ ਚੱਲਣਾ, ਫਿਰ ਮੇਰੇ ਨਾਲ ਗੱਲ ਕਰਿਓ। ਉਹਨਾਂ ਨੇ ਆਪਸ ਵਿੱਚ ਗੱਲਬਾਤ ਕੀਤੀ, ਮੈਨੂੰ ਕੀ ਕਿਹਾ, ਕਹਿੰਦੇ ਅਸੀਂ ਆਲੇ ਦੁਆਲੇ ਦਾ ਪਹਿਲਾਂ ਚੱਲ ਕੇ ਦੇਖ ਲਿਆ। ਜਦੋਂ ਅਸੀਂ ਪ੍ਰਭੂ ਦੇ ਪਿੱਛੇ ਚੱਲੇ ਸੀਗੇ, ਤੁਹਾਡੇ ਕੋਲ ਆਏ ਸੀਗੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਸੀਗੀਆਂ, ਸਾਡੇ ਕੰਮਾਂ ਦੇ ਵਿੱਚ ਵੀ ਆਸ਼ੀਸ਼ ਆ ਗਈ ਸੀ, ਸਾਰਾ ਕੁਝ ਹੋ ਗਿਆ ਸੀਗਾ। ਮੈਂ ਕਿਹਾ ਆਸ਼ੀਸ਼ ਗਵਾਈ ਕਿੰਨੀ ਆ? ਫਿਰ ਮੈਂ ਉਹਨਾਂ ਨੂੰ ਸਵਾਲ ਕੀਤਾ। ਉਹ ਕਹਿੰਦੇ, ਮੈਂ ਕਿਹਾ ਜਿਹੜੀਆਂ ਮੈਂ ਆਗਿਆਵਾਂ ਦਿੱਤੀਆਂ ਸੀ ਤੁਸੀਂ ਪੂਰੀਆਂ ਕੀਤੀਆਂ? ਕਹਿੰਦੇ ਨਹੀਂ, ਅਸੀਂ ਲਾਲਚ ਕਰ ਬੈਠੇ, ਅਸੀਂ ਸਾਡੇ ਵਿੱਚ ਕਮੀ ਆ। ਉਹਨਾਂ ਨੇ ਗਲਤੀ ਨੂੰ ਆਪਣੀ ਨੂੰ ਮੰਨਿਆ। ਉਹਨਾਂ ਨੇ ਪਰਮੇਸ਼ਰ 'ਤੇ ਦੋਸ਼ ਨਹੀਂ ਲਾਇਆ ਜਾਂ ਮੇਰੇ 'ਤੇ ਦੋਸ਼ ਨਹੀਂ ਲਾਇਆ ਕਿ ਤੁਸੀਂ ਸਾਡੇ ਲਈ ਪ੍ਰਾਰਥਨਾ ਨਹੀਂ ਕਰਦੇ ਜੀ। ਬਹੁਤ ਸਾਰੇ ਲੋਕ ਕੀ ਕਰਦੇ ਆ, ਉਹ ਸੇਵਕਾਂ ਦੇ ਵਿੱਚ ਦੋਸ਼ ਕੱਢਣ ਆਪਣੇ। ਨਹੀਂ, ਕਿਸੇ ਦੇ ਵਿੱਚ ਦੋਸ਼ ਨਾ ਕੱਢੋ, ਪਰਮੇਸ਼ਰ ਤੁਹਾਡੀ ਜ਼ਿੰਦਗੀ ਨੂੰ ਦੇਖਦਾ ਹੈ। ਤਾਂ ਕੀ ਹੋਇਆ, ਉਹ ਜਦੋਂ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਫੈਸਲਾ ਕਰੋ ਪਰਮੇਸ਼ਰ ਦੇ ਪਿੱਛੇ ਚੱਲਣਾ ਜਾਂ ਨਹੀਂ ਚੱਲਣਾ। ਜਦੋਂ ਉਹਨਾਂ ਨੇ ਕਿਹਾ ਕਿ ਹਾਂਜੀ ਸਾਡੇ ਕੋਲੋਂ ਗਲਤੀਆਂ ਹੋਈਆਂ, ਅਸੀਂ ਪਰਮੇਸ਼ਰ ਦੇ ਪਿੱਛੇ ਚੱਲਾਂਗੇ, ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਕਹਿ ਦਿੱਤੀ ਕਿ ਪਰਮੇਸ਼ਰ ਦੇ ਪਿੱਛੇ ਚੱਲਾਂਗੇ, ਮੈਂ ਕਿਹਾ ਫਿਰ ਐਂ ਕਰੋ, ਤੁਸੀਂ ਹੁਣੇ ਹੀ ਇਸੇ ਸਮੇਂ, ਫੋਨ 'ਤੇ ਗੱਲ ਹੋ ਰਹੀ ਆ, ਇਹ ਜਿਹੜੀ ਗੱਲ ਸੀ ਮੇਰੀ ਫੋਨ 'ਤੇ ਹੋ ਰਹੀ ਆ, ਮੈਂ ਕਿਹਾ ਹੁਣੇ ਹੀ ਇਸੇ ਸਮੇਂ ਤੁਸੀਂ ਘੁੱਟਨਿਆਂ ਭਾਰ ਹੋਵੋ, ਦੋਏ ਜਾਣੇ, ਜਿੱਥੇ ਜਿੱਥੇ ਵੀ ਤੁਸੀਂ ਗਲਤੀਆਂ ਕੀਤੀਆਂ ਆ, ਪੈਸੇ ਦੇ ਵਿੱਚ ਪਰਮੇਸ਼ਰ ਦੇ ਨਾਲ ਵਫਾਦਾਰ ਨਹੀਂ ਰਹੇ, ਪਰਮੇਸ਼ਰ ਤੁਹਾਡੇ ਕੰਮਾਂ 'ਚ ਆਸ਼ੀਸ਼ ਲਏਗਾ। ਜਦੋਂ ਉਹਨਾਂ ਨੇ
ਉਹਨਾਂ ਸਾਰੀਆਂ ਗਲਤੀਆਂ ਨੂੰ ਮੰਨਿਆ, ਤੌਬਾ ਕੀਤੀ ਆ ਕਿ ਪ੍ਰਭੂ ਹੁਣ ਤੋਂ ਅਸੀਂ ਤੇਰੇ ਪਿੱਛੇ ਚੱਲਾਂਗੇ, ਤਾਂ ਕੀ ਹੋਇਆ, ਪਰਮੇਸ਼ਰ ਨੇ ਉਹਨਾਂ ਉੱਤੇ ਫਿਰ ਤੋਂ ਕਿਰਪਾ ਕੀਤੀ। ਹਾਲੇਲੂਇਆ। ਫਿਰ ਤੋਂ ਉਹਨਾਂ ਦੇ ਕੰਮ ਦੇ ਵਿੱਚ ਆਸ਼ੀਸ਼ ਆਈ, ਫਿਰ ਤੋਂ ਬਲੈਸਿੰਗ ਆਈ, ਕੰਮ ਚੱਲਣਾ ਸਟਾਰਟ ਹੋਇਆ। ਬੇਟੀ ਦੇ ਲਈ ਜਿਹੜੀ ਪ੍ਰੋਬਲਮ ਫਿਰ ਤੋਂ ਦੁਬਾਰਾ ਅਸੀਂ ਪ੍ਰਾਰਥਨਾ ਕੀਤੀ, ਉਹ ਫਿਰ ਤੋਂ ਹੀਲ ਹੋ ਗਈ। ਉਸ ਭੈਣ ਦੇ ਲਈ ਮੈਂ ਪ੍ਰਾਰਥਨਾ ਕੀਤੀ, ਉਹ ਬਿਮਾਰੀਆਂ, ਦੁਸ਼ਟ ਆਤਮਾਵਾਂ ਸਾਰੀਆਂ ਛੱਡ ਕੇ ਚਲੇ ਗਈਆਂ। ਹਾਲੇਲੂਇਆ। ਕੀ ਹੋਇਆ ਕਿ ਜਦੋਂ ਉਹ ਭੈਣ ਮੁੜੀ ਆ, ਉਹ ਭਾਈ ਮੁੜਿਆ ਆ, ਉਹਨਾਂ ਦੇ ਬੱਚੇ ਮੁੜੇ ਆ, ਤਾਂ ਪਰਮੇਸ਼ਰ ਨੇ ਫਿਰ ਤੋਂ ਹੀਲ ਕੀਤੇ। ਉਹ ਬਿਮਾਰ ਪਰਮੇਸ਼ਰ ਨੇ ਨਹੀਂ ਸੀਗੇ ਕੀਤੇ, ਕਿਉਂਕਿ ਉਹ ਆਪਣੀਆਂ ਗਲਤੀਆਂ ਦੇ ਕਾਰਨ ਕੀ ਹੋਇਆ ਸੀਗਾ, ਉਹਨਾਂ ਨੇ ਉਹ ਆਸ਼ੀਸ਼ਾਂ ਗਵਾ ਲਈਆਂ ਸੀਗੀਆਂ। ਫਿਰ ਕੀ ਹੋਇਆ, ਫਿਰ ਉਹ ਭੈਣ ਆਈ ਚਰਚ ਦੇ ਵਿੱਚ ਖੜੀ ਹੋ ਕੇ ਉਸਨੇ ਗਵਾਹੀ ਦਿੱਤੀ ਕਿ ਪਰਮੇਸ਼ਰ ਨੇ ਸਾਡੇ ਕੰਮਕਾਰ ਦੇ ਵਿੱਚ ਆਸ਼ੀਸ਼ ਦਿੱਤੀ ਆ। ਤੇ ਮੈਂ ਉਸ ਨੂੰ ਇਹੀ ਗੱਲ ਕਿਹਾ ਕਿ ਹੁਣ ਆਸ਼ੀਸ਼ ਨੂੰ ਨਾ ਗਵਾਇਓ, ਪਰਮੇਸ਼ਰ ਪਿੱਛੇ ਚੱਲਦੇ ਰਹੋ। ਆਮੀਨ। ਜਦੋਂ ਅਸੀਂ ਪਰਮੇਸ਼ਰ ਦੇ ਪਿੱਛੇ ਚੱਲਦੇ ਰਹਿੰਦੇ ਆ ਤਾਂ ਕੀ ਹੁੰਦਾ ਆ, ਪਰਮੇਸ਼ਰ ਸਾਨੂੰ ਬਰਕਤ ਦਿੰਦਾ ਆ। ਤੇ ਸਾਡੇ ਕੋਲ ਅੱਜ ਇਹੀ ਸਮਾਂ ਆ ਕਿ ਪਰਮੇਸ਼ਰ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਹੋਇਆ, ਇਹਦਾ ਮਤਲਬ ਅਸੀਂ ਚੈੱਕ ਕਰੀਏ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਕੋਲ ਪਹਿਲਾਂ ਆਏ ਸੀਗੇ ਤੇ ਅਸੀਂ ਹੁਣ ਕਿੱਦਾਂ ਆ, ਸਾਨੂੰ ਦੇਖਣ ਦੀ ਲੋੜ ਹੈ। ਆਮੀਨ। ਤੇ ਪਰਮੇਸ਼ਰ ਇਹਨਾਂ ਵਚਨਾਂ ਉੱਤੇ ਤੁਹਾਨੂੰ ਆਸ਼ੀਸ਼ ਦੇਵੇ। ਗੋਡ ਬਲੈਸ ਯੂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਬਹੁਤ ਕੁਝ ਪਰਮੇਸ਼ਰ ਦੇ ਵਚਨ ਵਿੱਚੋਂ ਸਿੱਖਾਂਗੇ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ।